ਸਿੱਖ ਸੰਗਤ ਨਿਊਜ਼ ਅਤੇ ਮੀਡੀਆ ਗਰੁੱਪ ਦੇਖ ਰਹੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਾਂ। ਜਿੱਦਾਂ ਕਿ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਉੱਤਰ ਭਾਰਤ ਦਾ ਸਭ ਤੋਂ ਵੱਡਾ ਸਥਾਨ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ ਜੀ ਦੀਆਂ ਚੋਣਾਂ ਹੁਣ ਚੱਲ ਰਹੀਆਂ ਨੇ, ਤਿਆਰੀ ਚੱਲ ਰਹੀ ਹੈ। ਸਰਗਰਮੀਆਂ ਜਿਹੜੀਆਂ ਨੇ ਬਹੁਤ ਤੇਜ਼ ਹੋ ਚੁੱਕੀਆਂ ਨੇ। ਥੋੜ੍ਹਾ ਜਿਹਾ ਮੈਂ ਤੁਹਾਨੂੰ ਇਸ ਬਾਰੇ ਦੱਸ ਦਿਆਂ, ਇਸ ਕਮੇਟੀ ਪ੍ਰਬੰਧਕ ਕਮੇਟੀ ਬਾਰੇ। ਇੱਥੇ ਪਹਿਲਾਂ ਰਿਸੀਵਰ ਨਿਯੁਕਤ ਹੈਗਾ ਸੀਗਾ, ਸਰਕਾਰੀ ਪ੍ਰਬੰਧ ਸੀਗਾ 98 ਤੋਂ 2016 ਤੱਕ। ਲੇਕਿਨ ਬਹੁਤ ਵਧੀਆ ਗੱਲ ਹੋਈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ 2016 ਦੇ ਵਿੱਚ। ਸੰਗਤ ਦੀ ਚੁਣਿੰਦਾ ਕਮੇਟੀ ਬਣੀ ਜਿਹਦੇ ਵਿੱਚ ਪ੍ਰਬੰਧ ਜਿਹੜਾ ਹੈ ਉਹ ਸਾਡੀ ਸਿੱਖ ਸੰਗਤ ਦੇ ਹਿੱਸੇ ਵਿੱਚ ਆਇਆ, ਜਿਹਦੇ ਵਿੱਚ 1.5 ਸਾਲ ਪ੍ਰਧਾਨ ਰਹੇ ਸਰਦਾਰ ਜਸਵਿੰਦਰ ਸਿੰਘ ਗਿੱਲ ਅਤੇ 3.5 ਸਾਲ ਪ੍ਰਧਾਨ ਰਹੇ ਸਰਦਾਰ ਸੇਵਾ ਸਿੰਘ ਜੀ, ਜਿਹੜੇ ਮੌਜੂਦਾ ਵੀ ਪ੍ਰਧਾਨ ਨੇ। ਅਤੇ ਸਰਗਰਮੀਆਂ ਬੜੀਆਂ ਤੇਜ਼ ਹੋ ਚੁੱਕੀਆਂ ਨੇ। ਉਹਦੇ ਤੋਂ ਰਿਲੇਟਿਡ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਚੋਣਾਂ ਤੋਂ ਸੰਬੰਧਿਤ ਜਿਹੜੀਆਂ ਵੀ ਅਪਡੇਟਾਂ ਹੋਣਗੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਸਾਡਾ ਇਹ ਮਕਸਦ ਹੈ, ਸਾਡਾ ਇਹ ਪ੍ਰਯਾਸ ਹੈ, ਸਾਫ਼ ਸੁਥਰੀਆਂ ਚੋਣਾਂ ਹੋਣ, ਸਾਫ਼ ਸੁਥਰੇ ਸੱਚੇ ਅਤੇ ਸੁੱਚੇ ਇਸ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਬਣ ਕੇ ਆਉਣ। ਇਹ ਸਾਰਾ ਜਿਹੜਾ ਹੈ ਇਹ ਸੰਗਤ ਦੇ ਸਹਿਯੋਗ ਤੋਂ ਬਿਨਾਂ ਹੋ ਨਹੀਂ ਸਕਦਾ, ਕਿਉਂਕਿ ਵੇਖੋ ਤੁਸੀਂ ਸਹਿਯੋਗ ਕਰੋਗੇ ਤਾਂ ਸਾਡੀ ਵੀ ਕੋਸ਼ਿਸ਼ ਜਿਹੜੀ ਹੈ ਉਹ ਸ਼ਾਇਦ ਕਾਮਯਾਬ ਹੋ ਜਾਏ। ਬਿਨਾਂ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਕੁਝ ਨਹੀਂ ਕਰ ਸਕਦੇ। ਸੋ ਅੱਜ ਤੋਂ ਅਸੀਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ ਕਿ ਇਹਦੀਆਂ ਜਿਹੜੀਆਂ ਸਾਰੀ ਅਪਡੇਟਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸਾਡੇ ਨਾਲ ਮੌਜੂਦ ਨੇ, ਅੱਜ ਚਰਚਾ ਦੇ ਵਿੱਚ ਸ਼ਾਮਲ ਨੇ ਸੇਵਾ ਸਿੰਘ ਜੀ, ਜਿਹੜੇ ਮੌਜੂਦਾ ਪ੍ਰਧਾਨ ਨੇ, ਅਧਿਅਕਸ਼ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਉਹਨਾਂ ਦੇ ਨਾਲ ਫਤਿਹ ਦੀ ਸਾਂਝ ਕਰਦੇ ਹਾਂ ਅਤੇ ਚਰਚਾ ਸ਼ੁਰੂ ਕਰਦੇ ਹਾਂ ਅਤੇ ਕੀ ਅਪਡੇਟਾਂ ਇਹਦੇ ਵਿੱਚ ਹੈਗੀਆਂ, ਸਾਰੀ ਗੱਲਾਂ ਬਾਤਾਂ ਕਰਨੀਆਂ ਨੇ। ਸਭ ਤੋਂ ਪਹਿਲਾਂ ਫਤਿਹ ਦੀ ਅਰਜ਼ ਕਰਕੇ ਦੁਬਾਰਾ ਸੇਵਾ ਸਿੰਘ ਜੀ ਦਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਸੀਂ ਟਾਈਮ ਕੱਢ ਕੇ ਸਾਡੇ ਇਸ ਦੇ ਵਿੱਚ ਸ਼ਾਮਲ ਹੋਏ। ਇੱਕ ਚੀਜ਼ ਮੈਂ ਹੋਰ ਤੁਹਾਨੂੰ ਦੱਸਦੇ ਹਾਂ, ਇਹਦੇ ਵਿੱਚ ਪਹਿਲਾਂ ਜਿਹੜੇ ਗੁਰਦੁਆਰੇ ਸੀਗੇ ਉਹ 1307 ਗੁਰਦੁਆਰੇ ਸੀਗੇ ਪਿਛਲੀ ਵਾਰ, ਲੇਕਿਨ ਹੁਣ ਜਿਹੜੇ ਗੁਰਦੁਆਰੇ ਨੇ ਉਹ ਵੱਧ ਚੁੱਕੇ ਨੇ। 1430 ਗੁਰਦੁਆਰੇ ਹੁਣ ਰਜਿਸਟਰਡ ਹੋ ਚੁੱਕੇ ਨੇ, ਜਿਹਦੇ ਵਿੱਚੋਂ 1430 ਡੈਲੀਗੇਟ ਚੁਣ ਕੇ ਆਉਣਗੇ। 27 ਡਾਇਰੈਕਟਰ ਦਾ ਚੁਣਾਵ ਹੋਏਗਾ। ਅਤੇ ਯੂਪੀ ਅਤੇ ਉੱਤਰਾਖੰਡ ਦੇ ਜਿਵੇਂ 2 ਜ਼ਿਲ੍ਹੇ ਇਹਦੇ ਵਿੱਚ ਸ਼ਾਮਲ ਨੇ, ਨੈਨੀਤਾਲ ਅਤੇ ਜ਼ਿਲ੍ਹਾ ਊਧਮ ਸਿੰਘ ਨਗਰ। ਯੂਪੀ ਦੇ 5 ਜ਼ਿਲ੍ਹੇ ਇਹਦੇ ਵਿੱਚ ਸ਼ਾਮਲ ਨੇ, ਜਿਹਦੇ ਵਿੱਚ ਆਉਂਦੇ ਨੇ ਰਾਮਪੁਰ, ਬਰੇਲੀ, ਸ਼ਾਹਜਹਾਂਪੁਰ, ਲਖੀਮਪੁਰ ਖੀਰੀ ਅਤੇ ਬਿਜਨੌਰ। ਅਤੇ ਥੋੜ੍ਹੀ ਜਿਹੀ ਇਹਦੇ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਪ੍ਰੋਪਰਟੀ, ਉਹਦੇ ਬਾਰੇ ਵੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਵੇਰਵਾ ਦੇ ਦਿਆਂ। ਇਸ ਪ੍ਰਬੰਧਕ ਕਮੇਟੀ ਕੋਲ 550 ਏਕੜ ਜ਼ਮੀਨ ਹੈ, 62 ਦੁਕਾਨਾਂ ਨੇ ਜਿਹੜੀਆਂ ਕਿਰਾਏ 'ਤੇ ਚੜ੍ਹੀਆਂ ਹੋਈਆਂ ਨੇ, ਹੋਰ ਵੀ ਦੁਕਾਨਾਂ ਤਿਆਰ ਹੋਈਆਂ ਨੇ, ਉਹ ਜੇ ਕਿਰਾਏ 'ਤੇ ਨਹੀਂ ਚੜ੍ਹੀਆਂ। ਅਤੇ ਕੁਝ ਜਿਹੜੇ ਮੈਂਬਰ ਨੇ ਡੈਲੀਗੇਟ ਉਹ ਨਿਰਵਿਰੋਧ ਚੁਣੇ ਗਏ ਨੇ। ਇਹ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ। ਸੰਗਤ ਨੇ ਜਿਹੜੇ ਕਾਬਲ ਸੀ, ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹ ਮੈਂਬਰ ਜਾਣੇ ਚਾਹੀਦੇ ਨੇ ਪ੍ਰਬੰਧਕ ਕਮੇਟੀ ਦੇ ਵਿੱਚ, ਮੈਂ ਤੁਹਾਨੂੰ ਉਹਨਾਂ ਦੇ ਨਾਮ ਲੈ ਕੇ ਦੱਸ ਰਿਹਾ। ਅਮਰਜੀਤ ਸਿੰਘ ਬਾਸੂ, ਜਿਹੜੇ ਬਰੇਲੀ ਦੇ ਬਹੁਤ ਹੀ ਮਸ਼ਹੂਰ ਇੱਕ ਫੇਮਸ ਡਾਕਟਰ ਸਾਹਿਬ ਨੇ, ਉਹ ਨਿਰਵਿਰੋਧ ਚੁਣੇ ਗਏ ਨੇ। ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਉੱਥੋਂ ਦੇ ਨਿਰਵਿਰੋਧ ਆ ਰਹੇ ਨੇ। ਹਰਬੰਸ ਸਿੰਘ ਚੁੱਘ ਜੀ, ਜਿਹੜੇ ਕਿ ਸਾਡੇ ਇਸ ਇਲਾਕੇ ਦੇ ਵਿੱਚ ਬਹੁਤ ਵਧੀਆ ਪਰਸਨੈਲਿਟੀ ਜਿਨ੍ਹਾਂ ਦੀ ਮੰਨੀ ਜਾਂਦੀ ਹੈ, IAS ਆਫਿਸਰ ਨੇ, ਰਿਟਾਇਰ ਹੋਏ ਨੇ ਸ਼ਾਇਦ, ਉਹ ਵੀ ਗਦਰਪੁਰ ਤੋਂ ਨਿਰਵਿਰੋਧ ਚੁਣੇ ਗਏ ਨੇ। ਅਤੇ ਸਰਦਾਰ ਪ੍ਰਿਤਪਾਲ ਸਿੰਘ ਜੀ ਰੁਦਰਪੁਰ ਤੋਂ, ਉਹ ਵੀ ਨਿਰਵਿਰੋਧ ਚੁਣੇ ਗਏ ਨੇ। ਉਹਨਾਂ ਸਾਰਿਆਂ ਨੂੰ ਵਧਾਈਆਂ ਅਤੇ ਉੱਥੇ ਦੀ ਸੰਗਤ ਨੂੰ ਵੀ ਵਧਾਈਆਂ ਕਿ ਤੁਸੀਂ ਬਹੁਤ ਵਧੀਆ ਇੱਕ ਐਗਜ਼ਾਮਪਲ ਪੇਸ਼ ਕੀਤਾ ਹੈ। ਇਹਨਾਂ ਨੂੰ ਜਿਹੜੇ ਤੁਹਾਨੂੰ ਲੱਗਦਾ ਕਿ ਕਾਬਲ ਬੰਦੇ ਨੇ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਣੇ ਚਾਹੀਦੇ ਨੇ। ਇਹਦੇ ਲਈ ਉੱਥੇ ਦੀ ਸੰਗਤਾਂ ਜਿਨ੍ਹਾਂ ਨੇ ਨਿਰਵਿਰੋਧ ਚੁਣੇ ਨੇ, ਉਹ ਸਾਰੀ ਵਧਾਈ ਦੇ ਪਾਤਰ ਨੇ। ਸੇਵਾ ਸਿੰਘ ਜੀ ਕੋਲ ਆਉਂਦੇ ਹਾਂ ਅਤੇ ਚਰਚਾ ਸ਼ੁਰੂ ਕਰਨੇ ਆ। ਸੇਵਾ ਸਿੰਘ ਜੀ ਉੱਤੇ ਵੇਖੋ, ਇੱਕ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਮੁਖਾਤਬ ਹੋਏ ਸੀ, ਇੱਕ ਇੰਟਰਵਿਊ ਕੀਤਾ ਸੀ। ਉਦੋਂ ਇਹਨਾਂ ਨੇ ਕਿਹਾ ਸੀ ਕਿ ਇਹ ਚੋਣਾਂ ਨਹੀਂ ਲੜਨਗੇ, ਲੇਕਿਨ ਹੁਣ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਹ ਵੀ ਵੱਧ ਚੜ੍ਹ ਕੇ ਚੋਣਾਂ ਦੇ ਵਿੱਚ ਹਿੱਸਾ ਲੈ ਰਹੇ ਨੇ। ਪਹਿਲਾ ਸਵਾਲ ਇਹਨਾਂ ਤੋਂ ਇਹੋ ਹੀ ਕਰਦੇ ਹਾਂ, ਜਦ ਇਹਨਾਂ ਨੇ ਕਿਹਾ ਸੀ ਕਿ ਚੋਣਾਂ ਇਸ ਵਾਰ ਨਹੀਂ ਲੜਨਗੇ, ਦੁਬਾਰਾ ਕਿਉਂ ਲੜ ਰਹੇ ਨੇ? ਜੀ ਪ੍ਰਧਾਨ ਜੀ, ਇਹ ਜ਼ਰੂਰ ਤੁਸੀਂ ਦੱਸੋ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਾਵਲਾ ਜੀ, ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹਾਂ। ਆਪ ਜੀ ਨੇ ਅੱਗੇ ਵੀ ਦਾਸ ਦੀ ਗੱਲ ਸੰਗਤਾਂ ਦੇ ਸਾਹਮਣੇ ਰੱਖੀ, ਹੁਣ ਵੀ ਦੁਬਾਰਾ ਰੱਖ ਰਹੇ ਹੋ ਜੀ। ਮੈਂ ਬੇਨਤੀ ਕਰਾਂਗਾ ਕਿ ਦਾਸ ਦਾ ਮਨ ਬਿਲਕੁਲ ਨਹੀਂ ਸੀ, ਕਿਉਂਕਿ 98 ਤੋਂ ਲੈ ਕੇ 16 ਤੱਕ ਅਸੀਂ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਾ ਕੇ ਇਸ ਕਮੇਟੀ ਨੂੰ ਗਠਿਤ ਕਰਾਇਆ। ਲੇਕਿਨ ਜੋ ਸਾਡਾ 5 ਸਾਲ ਦਾ ਪੀਰੀਅਡ ਬੀਤਿਆ ਹੈ, ਉਹ ਇਤਨਾ ਸੈਟਿਸਫਾਈ ਨਹੀਂ
ਜਿੰਨਾ ਸਾਨੂੰ ਹੋਣਾ ਚਾਹੀਦਾ ਸੀ। ਅਸੀਂ ਉਹ ਸੇਵਾਵਾਂ ਨਹੀਂ ਕਰ ਸਕੇ ਜੋ ਸਾਨੂੰ ਕਰਨੀਆਂ ਚਾਹੀਦੀਆਂ ਸਨ। ਕਾਰਨ ਸਾਡੀ ਆਪਣੀ ਕਮੇਟੀ ਦੀ ਆਪੋ ਦੀ ਵਿਰੋਧਤਾ ਸੀ। ਅਸੀਂ ਹਮਖਿਆਲ ਨਹੀਂ ਬਣ ਸਕੇ। ਲੇਕਿਨ ਮੇਰੇ ਮਨਾ ਕਰਨ ਦੇ ਬਾਵਜੂਦ ਮੇਰੇ ਖਟੇਮੇ ਦੀਆਂ ਜਿੰਨੀਆਂ ਵੀ ਗੁਰਦੁਆਰਾ ਸਿੱਖ ਸੰਗਤਾਂ ਨੇ ਉਹ ਸਾਰੀਆਂ ਇਕੱਠੇ ਹੋ ਕੇ ਦਾਸ ਕੋਲ ਆਈਆਂ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਖਟੇਮਾ ਹਲਕੇ ਦੇ ਵਿੱਚ ਕੋਈ ਵੀ ਮੇਰਾ ਵਿਰੋਧੀ ਨਾ ਹੋ ਕੇ ਮੇਰੇ ਮੁਕਾਬਲੇ 'ਚ ਚੋਣ ਨਹੀਂ ਲੜ ਰਿਹਾ। ਕੇਵਲ ਬਾਹਰਲੇ ਹਲਕੇ ਤੋਂ ਕੁਝ ਸ਼ਰਾਰਤੀ ਤੱਤਾਂ ਰਾਹੀਂ ਉਸ ਆਦਮੀ ਨੂੰ ਮੇਰੇ ਮੁਕਾਬਲੇ ਖੜਾ ਕੀਤਾ ਜਾ ਰਿਹਾ ਹੈ। ਨਹੀਂ ਕੌਣ, ਇੱਕ ਸੈਕਿੰਡ ਰੁਕੋ। ਪਹਿਲੀ ਗੱਲ ਤੇ ਹੈ ਕਿ ਜੋ ਤੁਸੀਂ ਪਹਿਲਾਂ ਅਸੀਂ ਇੰਟਰਵਿਊ ਕੀਤਾ ਸੀ, ਤੁਸੀਂ ਕਿਹਾ ਸੀ ਚੋਣਾਂ ਨਹੀਂ ਲੜੋਗੇ। ਤੁਸੀਂ ਚੋਣਾਂ, ਤੁਹਾਡਾ ਕਹਿਣ ਦਾ ਭਾਵ ਹੈ ਕਿ ਤੁਸੀਂ ਸੰਗਤ ਦੇ ਕਹਿਣ ਤੇ ਲੜ ਰਹੇ ਹੋ। ਠੀਕ ਹੈ ਜੀ। ਸੰਗਤ ਦੇ ਕਹਿਣ ਤੇ ਜੇ ਤੁਸੀਂ ਚੋਣ ਲੜ ਰਹੇ ਹੋ ਫਿਰ ਤੁਹਾਡੇ ਕੰਪੀਟੀਸ਼ਨ ਵਿੱਚ ਕਿਉਂ ਕੋਈ ਖੜਾ ਹੋ ਰਿਹਾ? ਇਹਦੇ ਵਿੱਚ ਕੀ ਦੇਖੋ, ਸਾਡੇ ਜਿਹੜਾ ਖੇਤਰ ਹੈ ਖਟੇਮੇ ਦਾ, ਜਿਹੜਾ ਸਾਡਾ ਹਲਕਾ ਹੈ, ਉਹਦੇ ਵਿੱਚੋਂ ਕੋਈ ਉਮੀਦਵਾਰ ਨਹੀਂ ਆ ਰਿਹਾ ਮੇਰੇ ਮੁਕਾਬਲੇ ਵਿੱਚ। ਲੇਕਿਨ ਦੂਜੇ ਨਾਨਕ ਮੱਤਾ ਦੇ ਹਲਕੇ ਦੇ ਵਿੱਚੋਂ ਉਸ ਆਦਮੀ ਨੂੰ ਜ਼ਬਰਦਸਤੀ ਪਰੇਸ਼ਾਨ ਕਰਨ ਵਾਸਤੇ ਦਾਸ ਨੂੰ ਉਹਨੂੰ ਭੇਜਿਆ ਜਾ ਰਿਹਾ ਹੈ ਕਿ ਉਲਝ ਜਾਣ। ਕਿਉਂਕਿ ਜਿੰਨੇ ਵੀ ਡਿਸਟ੍ਰਿਕਟਾਂ ਦੇ ਮੁੱਖ ਆਦਮੀ ਨੇ, ਖੁਸ਼ੀ ਦੀ ਗੱਲ ਹੈ, ਜਿੰਨੇ ਵੀ ਚੋਣ ਲੜ ਰਹੇ ਨੇ ਗੁਰੂ ਘਰ ਦੇ ਪ੍ਰੇਮੀ, ਉਹਨਾਂ ਸਾਰਿਆਂ ਦੇ ਨਾਲ ਦਾਸ ਨਾਲ ਸੰਬੰਧ ਕਾਇਮ ਕਰਦੇ ਨੇ। ਔਰ ਰੋਜ਼ਾਨਾ ਮੇਰੇ ਨਾਲ ਫੋਨ ਤੇ ਉਹਦੀ ਗੱਲ ਹੁੰਦੀ ਹੈ। ਸੁਜਾਨਪੁਰ ਤੋਂ ਬੀਬੀ ਕਮਲੇਸ਼ ਕੌਰ ਜੀ ਮਾਟਾ ਜੀ ਨੇ ਪਿਛਲੇ 20 ਸਾਲਾਂ ਤੋਂ ਉੱਥੇ ਸਿੰਘ ਸਭਾ ਦੇ ਪ੍ਰਧਾਨ ਨੇ, ਉਹ ਨਿਰਵਿਰੋਧ ਆਉਣ ਦੀ ਉਹਦੀ ਉਮੀਦ ਹੈ। ਜਿਵੇਂ ਮੇਰੇ ਵੀਰ ਜੀ ਨੇ ਦੱਸਿਆ ਚਾਵਲਾ ਜੀ ਨੇ ਕਿ ਬਾਸੂ ਜੀ ਨਿਰਵਿਰੋਧ ਆਉਣ ਦੀ ਉਮੀਦ ਹੈ, ਤਾਂ ਨਿਰਮਲ ਸਿੰਘ ਜੀ ਨਿਰਵਿਰੋਧ ਆਉਣਗੇ, ਪ੍ਰਿਤਪਾਲ ਸਿੰਘ ਜੀ ਨਿਰਵਿਰੋਧ ਆ ਚੁੱਕੇ ਨੇ, ਹਰਬੰਸ ਸਿੰਘ ਚੁੱਗ ਜੀ ਉਮੀਦ ਵੀ ਨਿਰਵਿਰੋਧ ਆ ਚੁੱਕੇ ਨੇ। ਇੱਕ ਬੜੇ ਸੈਕਟਰੀ ਪਾਤੋੜੇ ਰਿਟਾਇਰ ਹੋਏ ਨੇ। ਇਹ ਬੜੀ ਖੁਸ਼ੀ ਦੀ ਗੱਲ ਹੈ ਗੁਰੂ ਪਿਆਰਿਓ। ਔਰ ਮੈਨੂੰ ਹੁਣ ਇਹ ਲੱਗਦਾ ਹੈ ਕਿ ਜਿਹੜਾ ਅਸਾਂ ਸੰਘਰਸ਼ ਕੀਤਾ ਸੀਗਾ 98 ਤੋਂ 16 ਤੱਕ 18 ਸਾਲ, ਉਹਨੂੰ ਫਲ ਲੱਗ ਰਿਹਾ ਹੈ। ਕਿਉਂਕਿ ਇਹੋ ਜਿਹੇ ਆਦਮੀ ਕਮੇਟੀ 'ਚ ਆ ਰਹੇ ਨੇ ਜਿਹੜੇ ਸਾਡੇ ਸਮਾਜ ਦਾ, ਸਾਡੇ ਗੁਰਦੁਆਰੇ ਦਾ, ਸਾਡੀਆਂ ਧਾਰਮਿਕ ਭਾਵਨਾਵਾਂ ਦਾ ਬਹੁਤ ਉੱਪਰ ਲੈ ਕੇ ਜਾਣਗੇ ਔਰ ਸਾਡੇ ਗੁਰਦੁਆਰੇ ਦੀ ਬੜਾ ਅੱਛਾ ਕੰਮ ਹੋਵੇਗਾ। ਮੈਂ ਉਹਨਾਂ ਸਾਰੇ ਸਾਥੀਆਂ ਦੇ ਇਸ, ਕਿਉਂਕਿ ਉਹ ਵੀ ਕਹਿ ਰਹੇ ਨੇ ਕਿ ਪ੍ਰਧਾਨ ਜੀ ਤੁਸੀਂ ਜ਼ਰੂਰ ਇਹਦੇ ਵਿੱਚ ਆਓ, ਕਿਉਂਕਿ ਆਪਾਂ ਇਸ ਚੀਜ਼ ਇੱਕ ਚੀਜ਼ ਹੋਰ, ਤੁਹਾਨੂੰ ਇਹ ਨਹੀਂ ਲੱਗਦਾ ਕਿ ਸਾਰਿਆਂ ਨੂੰ ਦੁਬਾਰਾ ਨਵੇਂ ਮੈਂਬਰ ਚੁਣ ਕੇ ਆਉਣੇ ਚਾਹੀਦੇ ਨੇ? ਕਿਉਂਕਿ 5 ਸਾਲ ਤੁਹਾਨੂੰ ਸੇਵਾ ਦਾ ਮੌਕਾ ਮਿਲਿਆ, ਹੋਰਨਾਂ ਨੂੰ ਵੀ ਸੇਵਾ ਕਰਨ ਦਾ ਹੱਕ ਹੈ। ਤੁਹਾਨੂੰ ਇਹ ਲੱਗਦਾ? ਜੀ ਮੈਂ ਬਿਲਕੁਲ ਚਾਹੁੰਦਾ ਸੀ ਵੀਰ ਜੀ, ਮੈਂ ਦੱਸਿਆ ਨਾ ਕਿ ਮੈਂ ਬਿਲਕੁਲ ਚਾਹੁੰਦਾ ਸੀ ਕਿ ਨਵਾਂ ਮੇਰੇ ਕੋਲ ਸਾਥੀ ਆਵੇ ਇੱਥੋਂ। ਲੇਕਿਨ ਕਿਉਂਕਿ ਸੰਗਤਾਂ ਦਾ ਕਹਿਣਾ ਵੀ ਮੰਨਣਾ ਪੈਂਦਾ ਹੈ। ਔਰ ਜਿਹੜੇ ਬਾਹਰ ਦੇ ਸਾਥੀ ਨੇ ਉਹ ਵੀ ਕਹਿੰਦੇ ਨੇ ਕਿ ਜੀ ਸਾਨੂੰ, ਕਿਉਂਕਿ ਉਹਨਾਂ ਨੇ ਦੇਖਿਆ ਕਿ ਪਿਛਲੇ 5 ਸਾਲਾਂ ਵਿੱਚ ਦਾਸ ਦਾ ਕੀ ਰੋਲ ਸੀ। ਔਰ ਮੈਂ ਮਹਿਸੂਸ ਕਰਦਾ ਅਗਰ ਦਾਸ ਉਹਦੇ ਵਿੱਚ ਨਾ ਬੈਠਾ ਹੁੰਦਾ ਤਾਂ ਸ਼ਾਇਦ ਇਸ ਕਮੇਟੀ ਨੂੰ ਪਹਿਲਾਂ ਹੀ ਭੰਗ ਹੋ ਜਾਣਾ ਪੈਂਦਾ, ਉੱਥੇ ਤਸੀਰ ਬੈਠ ਜਾਂਦਾ। ਇੱਕ ਦਾਸ ਦੀ ਨਿਮਰਤਾ ਸੀ, ਜਾਂ ਇਹੋ ਜਿਹੇ ਲੋਕਾਂ ਨਾਲ ਮੇਲ ਜੋਲ ਸੀ ਆਪਣੇ ਸਾਥੀਆਂ ਨਾਲ ਕਿ ਦੋਵਾਂ ਪੱਖਾਂ ਨੂੰ। ਤੁਹਾਡੇ ਕਹਿਣ ਦਾ ਮਤਲਬ ਕਿ ਤੁਹਾਡੇ ਕਰਕੇ ਉੱਥੇ ਰਿਸੀਵਰ ਨਹੀਂ ਬੈਠਾ, ਤੁਹਾਡੀ ਨਿਮਰਤਾ ਕਰਕੇ? ਇਹਦੇ ਵਿੱਚ ਬਹੁਤ ਵੱਡਾ, ਇਹਦੇ ਵਿੱਚ ਵੇਖੋ ਆਰੋਪ ਵੀ ਤੁਹਾਡੀ ਕਮੇਟੀ ਤੋਂ ਲੱਗੇ ਕਿ ਉੱਥੇ ਮਾਣ ਮਰਿਆਦਾ ਜਿਹੜੀ ਉਹਨੂੰ ਘਾਣ ਲੱਗਾ, ਭਾਵੇਂ ਮਰਿਆਦਾ ਤੋਂ ਰਹਿਤ ਕਈ ਉੱਥੇ ਉਲਟ ਕੰਮ ਹੋਏ, ਤੁਹਾਨੂੰ ਤਨਖਾਹ ਵੀ ਲਗਾਈ ਗਈ ਤੁਹਾਡੇ ਮੈਂਬਰਾਂ ਨੂੰ, ਤੇ ਇਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕਰਕੇ ਰਿਸੀਵਰ ਨਹੀਂ ਬੈਠਾ। ਦੇਖੋ ਉਹ ਇੱਕ ਪਕਸ਼ ਸੀ ਜਿਨ੍ਹਾਂ ਦਾ ਕੇਵਲ ਇਹ ਨਿਸ਼ਾਨਾ ਸੀ ਕਿ ਇਸ ਕਮੇਟੀ ਨੂੰ ਭੰਗ ਕਰਾਉਣਾ ਹੈ, ਉੱਥੇ ਰਿਸੀਵਰ ਬਿਠਾਉਣਾ ਹੈ। ਇਸ ਚੀਜ਼ ਦਾ ਉਹ ਮੁੱਦਾ ਉਠਾਉਂਦੇ ਰਹੇ ਨੇ। ਦਰਅਸਲ ਉਹ ਮੁੱਦੇ ਕੋਈ ਹੈ ਨਹੀਂ ਸੀਗੇ, ਨਾ ਕੋਈ ਇਹੋ ਜਿਹੀ ਗੱਲ ਸੀ, ਲੇਕਿਨ ਉਸ ਚੀਜ਼ ਨੂੰ ਇਸ਼ਾਰਾ ਦੇ ਕੇ ਕੇਵਲ ਉਸ ਨਿਸ਼ਾਨੇ ਨੂੰ ਮੁੱਖ ਲੈ ਕੇ ਚੱਲਦੇ ਹੋਏ ਆ ਉਹ ਇਹ ਜਿਹੇ ਵੰਡੋ ਉੱਥੇ ਪੈਦਾ ਕਰਦੇ ਰਹੇ ਨੇ। ਅੱਛਾ, ਇੱਕ ਚੀਜ਼ ਹੋਰ ਪ੍ਰਧਾਨ ਜੀ, ਇਹ ਵੀ ਬੜੀ ਇਸ ਟਾਈਮ ਚਰਚਾ ਚੱਲ ਰਹੀ ਹੈ ਕਿ ਗੁਰਦੁਆਰਾ ਕਮੇਟੀ ਦੀ ਚੋਣਾਂ ਦੇ ਵਿੱਚ ਕਾਰ ਸੇਵਾ ਦਾ ਇਨਵੋਲਵਮੈਂਟ ਹੈ, ਉਹ ਵੀ ਬੜਾ ਇੰਟਰਸਟ ਲੈ ਰਹੇ ਨੇ। ਕੀ ਇਹਦੇ ਵਿੱਚ ਤੁਹਾਨੂੰ ਲੱਗਦਾ ਕਾਰ ਸੇਵਾ ਇਨਵੋਲਵ ਹੈਗੀ ਹੈ? ਵੀਰ ਜੀ ਦੇਖੋ, ਸਾਹਮਣੇ ਆਣ ਕੇ ਨਹੀਂ ਕੁਝ ਕਰ ਰਹੇ, ਲੇਕਿਨ ਬਹਿ ਕੇ ਗਰਾਊਂਡ ਤੋਂ ਅਗਰ ਉਹ ਇਹਦੇ ਵਿੱਚ ਨਾ ਲੈਣ ਤਾਂ ਮੈਂ ਸਮਝਦਾ ਕਿ ਸਾਰੇ ਹੀ ਖੇਤਰਾਂ ਦੇ ਵਿੱਚੋਂ ਨਿਰਵਿਰੋਧ ਮੈਂਬਰ ਚੁਣ ਕੇ ਆ ਜਾਣ। ਜਿੱਥੇ ਵੀ ਕਿਤੇ ਵਾਦ ਖੜਾ ਹੋ ਰਿਹਾ ਹੈ ਉੱਥੇ ਕੇਵਲ ਇਹ ਹੀ ਵਾਦ ਖੜਾ ਕਰ ਰਹੇ ਨੇ ਆਪਣਾ ਕੋਈ ਨਾ ਕੋਈ ਬੰਦਾ। ਜਿਹੜਾ ਕੌਣ ਕਰ ਰਹੇ ਨੇ? ਕਾਰ ਸੇਵਾ ਵਾਲੇ। ਕਾਰ ਸੇਵਾ ਵਾਲੇ ਵੀ ਨਹੀਂ, ਬਲਕਿ ਹੋਰ ਕਾਰ ਸੇਵਾਵਾਂ ਨਹੀਂ, ਕੇਵਲ ਨਾਨਕ ਪਤਾ ਦੀ ਕਾਰ ਸੇਵਾ ਦੇ ਵਿੱਚ ਉਹ ਜਿਹੜਾ ਉੱਥੇ ਜਹੇਦਾਰ ਬੈਠਾ ਹੈ ਉਹ ਕਰਵਾ ਰਿਹਾ ਹੈ। ਕੌਣ? ਤਰਸੇਮ ਸਿੰਘ ਜੀ ਕਰਵਾ ਰਹੇ ਨੇ। ਬਾਕੀ ਕਿਤੇ ਨਹੀਂ। ਬਾਕੀ ਹਲਕੇ ਵਿੱਚ ਜਿੱਥੇ ਉਹਦਾ ਨਹੀਂ ਪ੍ਰਭਾਵ ਹੈਗਾ, ਉਹ ਖਟੇਮਾ ਦੇ ਵਿੱਚ, ਸਤਾਰਗੰਜ ਦੇ ਵਿੱਚ, ਮਜੋਲਾ, ਨਿਊਰੀਆ, ਪੀਲੀਭੀਤ, ਅਮਰੀਆ, ਇਹਨਾਂ ਏਰੀਆ ਵਿੱਚ ਜਿੱਥੇ ਉਹਦਾ ਥੋੜਾ ਸੰਬੰਧ ਹੈ, ਉੱਥੇ ਇਹੋ ਜਿਹਾ ਚੋਣ ਕਰਵਾ ਰਿਹਾ ਕਿ ਉੱਥੇ ਲੋਕ ਵਿਵਾਦ ਕਰਨ ਤੱਕ ਤਿਆਰ ਹੋ ਰਹੇ। ਤੁਹਾਨੂੰ ਲੱਗਦਾ ਕਿ ਕਾਰ ਸੇਵਾ ਦਾ ਇਨਵੋਲਵਮੈਂਟ ਹੋਣਾ ਚਾਹੀਦਾ ਗੁਰਦੁਆਰਾ? ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਆਪਣੀ ਕਾਰ ਸੇਵਾ ਨਾਲ ਸੰਬੰਧਿਤ ਰਹਿਣਾ ਚਾਹੀਦਾ ਹੈ ਔਰ ਸਹਿਯੋਗ ਕਰਨਾ ਚਾਹੀਦਾ ਹੈ। ਜਿਵੇਂ ਕਿ ਦਾਸ ਨੇ ਉਹਦੇ ਨਾਲ ਪਿਛਲੀ ਸਮੇਂ ਦੇ ਵਿੱਚ ਉਹਨਾਂ ਕੋਲ ਬੇਨਤੀ ਕੀਤੀ, ਬਾਬਾ ਜੀ ਆਪ ਜੀ ਸੇਵਾ ਕਰੋ ਇੱਥੇ, ਉਹਨਾਂ ਮਨਾ ਕਰ ਦਿੱਤਾ, ਸੇਵਾ ਨਹੀਂ ਕੀਤੀ।
ਪਿਛਲੇ 20 ਸਾਲ ਤੋਂ ਕੋਈ ਸੇਵਾ ਨਹੀਂ ਕਰ ਰਹੇ, ਸਮਾਜ ਤੋਂ ਗ੍ਰਾਹੀ ਲੈ ਰਹੇ ਨੇ। ਉਹ ਤੁਹਾਡਾ ਸਿੱਧਾ ਸਿੱਧਾ ਕਾਰ ਸੇਵਾ ਦੇ ਕੋਈ ਕੰਮ ਨਹੀਂ ਕਰ ਰਹੇ। ਕੋਈ ਕੰਮ ਨਾ ਪਤਾ, ਕੋਈ ਕੰਮ ਨਹੀਂ ਕਰ ਰਹੇ ਪਿਛਲੇ ਇੱਕ ਚੀਜ਼ ਹੋਰ, ਇਹ ਵੀ ਵਿੱਚ ਆਰੋਪ ਲੱਗੇ ਕਿ ਤੁਹਾਡੀ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਦੀ ਜਿਹੜੀ 12.5 ਏਕੜ ਜ਼ਮੀਨ ਹੈ ਉਹ ਕਾਰ ਸੇਵਾ ਨੂੰ ਸੌਂਪ ਦਿੱਤੀ ਹੈ। ਬਿਲਕੁਲ 1 ਇੰਚੀ ਵੀ ਸਾਡੀ ਇਸ ਕਮੇਟੀ ਨੇ ਨਹੀਂ ਸੌਂਪੀ। ਉਹ ਫਿਰ ਜ਼ਮੀਨ ਕਿੰਨੇ ਸੌਂਪੀ ਹੈ? ਉਹ ਪੁਰਾਣੀਆਂ ਕਮੇਟੀਆਂ ਵੱਲੋਂ ਗਈ ਹੋਈ ਹੈ। ਉਹ ਪੁਰਾਣੀਆਂ ਕਮੇਟੀਆਂ ਨੂੰ ਇਹ ਕਮੇਟੀ ਤੁਹਾਡੀ ਹੋਣ ਦੇ ਚਾਹੀਏ ਉਹ ਹੁਣ ਨਾ, ਇਹਦੇ ਦੌਰਾਨ 1 ਇੰਚੀ ਵੀ ਜ਼ਮੀਨ ਨਹੀਂ ਦਿੱਤੀ ਗਈ, ਬਲਕਿ ਅਸੀਂ ਉਹਨਾਂ ਕੋਲ ਜ਼ਮੀਨ ਪ੍ਰਾਪਤ ਕੀਤੀ ਹੈ। ਅਸੀਂ ਉਸ ਥਾਂ ਦੇ ਉੱਤੇ ਜਿਹੜੀ ਉਹਦੇ ਨਾਂ ਤੇ ਜ਼ਮੀਨ ਸੀ ਉਹਦੇ ਵਿੱਚ ਅਸੀਂ ਕਾਰ ਪਾਰਕਿੰਗ ਬਣਵਾਈ ਸਰਕਾਰ ਕੋਲੋਂ। 96 ਲੱਖ ਦਾ ਬਜਟ ਸੀ ਉਹਨਾਂ ਦਾ, ਔਰ ਅਸੀਂ ਆਪਣੇ ਪ੍ਰਯਾਸ ਮਿਹਨਤ ਕਰਕੇ ਉਹ ਅਸੀਂ ਹੈਂਡਓਵਰ ਕਰ ਲਿਆ ਗੁਰਦੁਆਰਾ ਕਮੇਟੀ ਦੇ ਨਾਂ ਤੇ। ਅੱਛਾ, ਉਹਦੇ ਵਿੱਚ ਉਹਨਾਂ ਦਾ ਥਾਂ ਸੀ ਫਰੰਟ ਤੇ, ਪਿੱਛੇ ਗੁਰਦੁਆਰਾ ਦਾ ਸਾਡਾ ਥਾਂ ਸੀਗਾ ਕਮੇਟੀ ਦਾ, ਔਰ ਉਹ ਜਿਹੜੀ ਕਾਰ ਪਾਰਕਿੰਗ ਹੈ ਉਹ ਟ੍ਰਾਂਸਫਰ ਹੋ ਚੁੱਕੀ ਹੈ ਸਾਡੀ ਕਮੇਟੀ ਨੂੰ। ਬੜੀ ਵੱਡੀ ਉਪਲਬਧੀ ਹੈ ਸਾਡੀ ਇਸ ਕਮੇਟੀ। ਕਾਰ ਸੇਵਾ ਵੈਸੇ ਜਾਂ ਸਿੱਧੇ ਜਾਂ ਬੈਕਗ੍ਰਾਉਂਡ ਤੌਰ ਤੇ ਗੁਰਦੁਆਰਾ ਕਮੇਟੀ ਵਿੱਚ ਇਨਵੋਲਵਮੈਂਟ ਹੈ? ਤੁਹਾਡੇ ਕੀਤੇ ਗਏ ਕੰਮਾਂ ਦੇ ਵਿੱਚ ਕੋਈ ਰਿਕਾਰਡ ਪੈਦਾ ਕਰ ਰਹੀ ਹੈ? ਨਹੀਂ, ਸਾਡੇ ਕੀਤੇ ਕੰਮਾਂ 'ਚ ਕਿਤੇ ਅਜੇ ਤੱਕ ਰੁਕਾਵਟ ਨਹੀਂ ਪੈਦਾ ਕੀਤੀ। ਇਸ ਤੋਂ ਪਹਿਲਾਂ ਬਿਲਕੁਲ ਅਸੀਂ ਆਪਣੇ ਮਨ ਦੇ ਨਾਲ ਕੰਮ ਕਰਦੇ ਰਹੇ ਹਾਂ। ਸਾਡੇ ਆਪਣੇ ਸਾਥੀ ਦੇ ਨਾਲ ਮਸ਼ਵਰਾ ਪ੍ਰਸਤਾਵ ਪਾਸ ਕਰਕੇ ਕਰਦੇ ਰਹੇ ਹਾਂ। ਉਹਦੇ ਵਿੱਚ ਕਾਰ ਸੇਵਾ ਦੀ ਕੋਈ ਦਖਲਅੰਦਾਜ਼ੀ ਨਹੀਂ ਰਹੀ। ਹੁਣ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਹੈ? ਚੋਣਾਂ 'ਚ ਦਖਲਅੰਦਾਜ਼ੀ ਕਰ ਰਹੇ ਨੇ। ਇਹਨੂੰ ਤੁਸੀਂ ਕੀ ਠੀਕ ਮੰਨਦੇ ਹੋ ਗੱਲ? ਨਹੀਂ, ਮੇਰੇ ਖਿਆਲ ਤੇ ਉਹਨਾਂ ਦਾ ਇੱਕ ਨਿਸ਼ਾਨਾ ਹੋਣਾ ਚਾਹੀਦਾ ਕਿ ਅਸੀਂ ਕਾਰ ਸੇਵਾ ਕਰਨੀ ਹੈ। ਉਹਨਾਂ ਵਾਸਤੇ ਕੋਈ ਵੀ ਆਵੇ ਉਹ ਸਾਰੇ ਉਹਨਾਂ ਦੇ ਨੇ, ਜਿੰਨੇ ਵੀ ਮੈਂਬਰ ਹੋਣਗੇ ਉਹ ਸਾਰੇ ਉਹਨਾਂ ਦੇ ਨੇ, ਕਿਉਂਕਿ ਉਹਨਾਂ ਨੇ ਕਾਰ ਸੇਵਾ ਕਰਨੀ, ਉਹਨਾਂ ਨਾਲ ਜੁੜੇ ਹੋਏ ਨੇ। ਉਹਨਾਂ ਕੋਲ ਵਿਰੋਧੀ ਹੈ ਹੀ ਨਹੀਂ, ਲੇਕਿਨ ਜਦੋਂ ਕਿਸੇ ਇੱਕ ਦੀ ਮਦਦ ਕਰਨਗੇ ਫਿਰ ਦੂਸਰਾ ਵਿਰੋਧੀ ਹੋ ਜਾਏਗਾ ਉਹਨਾਂ ਦਾ। ਇੱਕ ਚੀਜ਼ ਹੋਰ, ਅਸੀਂ ਨਾ ਕੱਲ ਤੁਹਾਡੀ ਜਦੋਂ ਦੀ ਪੋਸਟ ਪਾਈ ਹੈ ਕਿ ਤੁਸੀਂ ਤੁਹਾਡੇ ਨਾਲ ਅਸੀਂ ਚਰਚਾ ਕਰਨੀ ਹੈ, ਖਟੀਮਾ ਤੋਂ ਵੀ ਕਈ ਨੌਜਵਾਨਾਂ ਸਾਡੇ ਕੋਲ ਫੋਨ ਆਏ, ਕਹਿੰਦੇ ਆ ਕਿ ਅਸੀਂ ਨੌਜਵਾਨਾਂ ਨੇ ਮਿਲ ਕੇ ਤੁਹਾਨੂੰ ਅਪੀਲ ਕੀਤੀ ਇੱਕ ਨਿਮਰਤਾ ਸਹਿਤ ਕਿ ਇਸ ਵਾਰ ਤੁਸੀਂ ਨੌਜਵਾਨਾਂ ਨੂੰ ਮੌਕਾ ਦਿਓ ਤੇ ਤੁਸੀਂ ਆਪ ਥੋੜ੍ਹਾ ਜਿਹਾ ਆਰਾਮ ਕਰੋ ਜਾਂ ਕੁਝ ਵੀ ਹੈ। ਤੇ ਉਹ ਕਹਿੰਦੇ ਉਹ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਆਪਣੀ ਹਟ ਧਰਮਤਾ ਤੁਸੀਂ ਅਪਣਾਉਂਦੇ। ਦੇਖੋ, ਜਿਹੜੀ ਦਾਸ ਨੇ ਇੱਕ ਮੀਟਿੰਗ ਪਹਿਲਾਂ ਵੀ ਬੁਲਾਈ ਸੀ, ਇੱਕ ਮੀਟਿੰਗ ਕੱਲ ਵੀ ਦਾਸ ਨੇ ਬੁਲਾਈ ਸੀ, ਔਰ ਦਾਸ ਨੇ ਉਹਦੇ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਆਹ ਉੱਥੋਂ ਦੀ ਪੋਜੀਸ਼ਨ ਹੈ, ਆਹ ਸਥਿਤੀ ਹੈ ਗੁਰਦੁਆਰਾ ਸਾਹਿਬ ਦੀ, ਕੌਣ ਤਾਕਤਾਂ ਜਿਹੜੀਆਂ ਨੇ ਉਹਦੇ ਵਿਰੋਧ 'ਚ ਕੰਮ ਕਰ ਰਹੀਆਂ ਨੇ, ਆਪਾਂ ਤੋਂ ਸੇਵ ਰਹਿਣਾ ਹੈ। ਔਰ ਮੇਰੇ ਸਾਥੀਆਂ ਨੇ ਕਿਹਾ ਕਿ ਤੁਸੀਂ ਇਹਦੇ ਵਿੱਚ ਆਓ। ਦਾਸ ਨੇ ਕੁਝ ਨਹੀਂ ਕਿਹਾ। ਮੇਰੇ ਇੱਕ ਸਾਥ ਜਿਹੜੇ ਬਾਹਰੋਂ ਉਮੀਦਵਾਰ ਬਣ ਕੇ ਆ ਰਹੇ ਨੇ, ਉਹਨਾਂ ਨੇ ਸਵਾਲ ਕੀਤਾ ਜੀ ਅਸੀਂ ਨੌਜਵਾਨ ਨੂੰ ਮੌਕਾ ਦਿਓ, ਲੇਕਿਨ ਮੇਰੇ ਸਾਥੀਆਂ ਦੂਜਿਆਂ ਨੇ ਜਵਾਬ ਦਿੱਤਾ ਜੀ ਅਗਰ ਜਿਹਦੇ ਕੋਲ ਐਕਸਪੀਰੀਅੰਸ ਹੈ, ਤੁਸੀਂ ਅੱਜ ਤੱਕ ਕੀ ਕੀਤਾ ਹੈ ਗੁਰਦੁਆਰੇ ਵਾਸਤੇ, ਤੁਸੀਂ ਪੜ੍ਹਾਈ ਦਾ ਕਿਹੜਾ ਕੰਮ ਕੀਤਾ ਸੀ ਉਹਦੀ ਸਾਨੂੰ ਸੂਚਨਾ ਦਿਓ, ਤਾਂ ਅੱਗੇ ਤੁਸੀਂ ਕਿਵੇਂ ਕਰੋਗੇ। ਗੱਲ ਮੁੱਖ ਵਿਸ਼ਾ ਉੱਤੇ ਚੱਲਿਆ ਸੀਗਾ ਕਿ ਉਹ ਕੁਝ ਸਾਥੀ ਚਾਹੁੰਦੇ ਕਿ ਇੱਥੇ ਸੀਟ ਬੈਠ ਜਾਵੇ, ਔਰ ਜਿਹੜਾ ਸਾਥੀ ਉਮੀਦਵਾਰ ਬਣ ਰਿਹਾ ਹੈ, ਦਾਸ ਨੇ ਉਸ ਨੂੰ ਬੈਠੇ ਹੋਏ ਇੱਕ ਸਵਾਲ ਪੁੱਛਿਆ ਸੀ ਕਿ ਤੁਸੀਂ 2 ਵਾਰ ਐਪਲੀਕੇਸ਼ਨ ਲਾਈ ਹੈ ਗੁਰਦੁਆਰਾ ਕਮੇਟੀ ਉੱਤੇ ਕਿ ਇਹਨਾਂ ਦੀ ਇੰਨੀ ਆਮਦਨ ਹੈ, ਇਹਨਾਂ ਫੰਡ ਗੈਪ ਕਰ ਲੈਂਦੇ ਰਹੇ ਨੇ, ਔਰ ਉਹ ਡੀਐਮ ਨੇ ਕਮੇਟੀ ਗਠਿਤ ਕੀਤੀ। ਉਹਦੇ ਵਿੱਚ ਜਿਹੜਾ ਅਧਿਕਾਰੀ ਸੀ ਜ਼ਿਲ੍ਹਾ ਕੋਸ਼ਾਗਾਰ, ਜਿਹੜਾ ਕੋਸ਼ਾਧਿਕਾਰੀ ਸੀਗਾ ਜ਼ਿਲ੍ਹਾ ਉਧਮਸਿੰਘ ਦਾ, ਉਹਦੇ ਵਿੱਚ ਤੇ ਕਮੇਟੀ ਵਿੱਚ ਸੀ, ਔਰ ਉਹਨਾਂ ਨੇ ਸਾਡੇ ਅਕਾਊਂਟਸ ਦੇਖੇ ਔਰ ਉਹਨਾਂ ਨੂੰ ਸੰਦੇਸ਼ਾ ਭੇਜਿਆ ਐਪਲੀਕੈਂਟ ਵਾਲੇ ਨੂੰ। ਉਸ ਆਦਮੀ ਨੂੰ ਆਪ ਆਣ ਕੇ ਆਪਣੇ ਸਪਸ਼ਟੀਕਰਨ ਦਿਓ, ਉਹ ਵਿੱਚ ਆਏ ਨਹੀਂ। ਦੁਬਾਰਾ ਉਹਨਾਂ ਨੇ ਹੁਣ ਫਿਰ ਦੂਜੇ ਨਾਂ ਤੇ ਐਪਲੀਕੇਸ਼ਨ ਦੇ ਦਿੱਤੀ ਔਰ ਸਾਡੇ ਤੇ ਕੰਮ ਰੁਕੇ। ਉਹ ਸਾਬਤ ਹੁੰਦਾ ਹੈ ਕਿ ਉਹ ਇਸ ਚੀਜ਼ ਨੂੰ ਰੁਕਾਉਂਦੇ ਹੋਇਆ ਔਰ ਰਿਸੀਵਰ ਬਿਠਾਉਂਦੇ ਸਾਥੀਆਂ ਦੇ ਨਾਲ ਸਹਿਮਤ ਨੇ। ਜਿਹੜੇ ਵੀ ਗੁਰਦੁਆਰਾ ਕਮੇਟੀ ਕੰਮ ਹੋ ਰਹੇ ਨੇ ਬਿਲਕੁਲ ਪਾਰਦਰਸ਼ਤਾ ਦੇ ਨਾਲ ਹੋ ਰਹੇ ਨੇ, ਸਾਫ਼ ਸੁਥਰੇ। ਵੀਰ ਜੀ ਬਿਲਕੁਲ ਇਤਨੀ ਪਾਰਦਰਸ਼ਤਾ ਨਾਲ ਕੰਮ ਹੋਏ ਨੇ, ਜਿਹੜਾ ਕੰਮ 1 ਰੁਪਏ 'ਚ ਹੋਣ ਵਾਲਾ ਸੀ ਉਹ 70 ਪੈਸੇ ਵਿੱਚ ਸਾਡਾ ਕੰਮ ਹੋਇਆ ਉੱਥੇ। ਗੁਰਦੁਆਰਾ ਕਮੇਟੀ ਜੇ ਆਮਦਨ ਦੀ ਜੇ ਗੱਲ ਕਰੀਏ, ਕਿਉਂਕਿ ਸੰਗਤ ਨੂੰ ਜਾਣਨ ਦਾ ਹੱਕ ਹੈ ਕਿ ਉੱਥੇ ਕਿੰਨੀ ਕੁ ਆਮਦਨ ਹੈ, ਕੀ ਉੱਥੇ ਖਰਚਾ ਹੈ, ਜੇ ਗੋਲਕ ਦੀ ਆਮਦਨ ਕਿੰਨੀ ਕੁ ਅੱਜ ਕੱਲ੍ਹ ਦੇ ਵਿੱਚ? ਅੱਜ ਜਿਹੜੀ ਸਾਡੀ ਐਵਰੇਜ ਵੀਰ ਜੀ ਆ ਰਹੀ ਹੈ 20 ਤੋਂ ਉੱਪਰ ਔਰ 30 ਤੋਂ ਥੱਲੇ, ਮਤਲਬ 25 ਲੱਖ ਦੀ ਐਵਰੇਜ ਮੰਗ, 25-26 ਲੱਖ ਦੇ ਵਿੱਚ ਪਰ ਮੰਥ ਦੀ ਗੋਲਕ ਦੀ ਐਵਰੇਜ ਸਾਡੀ ਗੋਲਕ। ਤੇ ਹੋਰ ਜਿਹੜੀ ਹੋਰ ਵੀ ਇਨਕਮ ਹੋਣੀ ਹੈ ਗੁਰਦੁਆਰਾ ਸਾਹਿਬ ਕੋਲ ਦੁਕਾਨਾਂ ਦਾ ਕਿਰਾਇਆ ਆਉਂਦਾ ਹੈ, ਠੀਕ ਹੈ ਜੀ, ਕਰੀਬ 55-60 ਹਜ਼ਾਰ ਰੁਪਏ ਦੁਕਾਨ ਦਾ ਕਿਰਾਇਆ ਆਉਂਦਾ ਸਾਡੇ ਕੋਲ। ਔਰ ਸਭ ਤੋਂ ਵੱਡੀ ਜਿਹੜੀ ਸਾਡੀ ਆਮਦਨ ਆਉਂਦੀ ਹੈ ਬਿਨਾਂ ਖਰਚੇ ਤੋਂ, ਬਿਨਾਂ ਕਿ ਲੱਗ ਲਗਾਓ ਤੋਂ, ਉਹ ਜਦੋਂ ਬੰਦੀ ਛੋੜ ਦਿਵਸ ਦੇ ਉੱਤੇ, ਦੀਵਾਲੀ ਦੇ ਉੱਤੇ ਸਾਡੀ ਗੁਰਦੁਆਰਾ। ਲੇਕਿਨ ਬਦਕਿਸਮਤੀ ਨਾਲ 2 ਸਾਲ ਦੀਵਾਲੀ ਨਹੀਂ ਲੱਗੀ। ਇਸ ਸਾਲ ਕਰੀਬ ਸਾਨੂੰ 70 ਲੱਖ ਰੁਪਏ ਚੋਂ ਨੈੱਟ ਬਚਿਆ, ਸਾਨੂੰ ਉਹਦੇ ਵਿੱਚੋਂ ਬੰਦੀ ਛੋੜ ਦੇ ਨੈੱਟ ਬਚਿਆ ਹੈ। ਔਰ ਅਸੀਂ ਇਹਨਾਂ ਪੈਸਿਆਂ ਦੇ ਨਾਲ ਗੁਰੂ ਦੀ ਬਖਸ਼ੀ ਦਾ ਸਦਕਾ ਇੱਕ ਜਿਹੜਾ ਸਾਡਾ ਲੰਗਰ ਹਾਲ ਸੀ ਸੰਗਤਾਂ ਵਾਸਤੇ ਛੋਟਾ ਪੈ ਜਾਂਦਾ ਸੀ। ਅਸੀਂ 106/73 ਦਾ 3 ਮਹੀਨੇ ਵਿੱਚ ਲੰਗਰ ਹਾਲ ਤਿਆਰ ਕੀਤਾ। ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਜਾ ਕੇ ਉਸ ਲੰਗਰ ਹਾਲ ਨੂੰ ਦੇਖਣ ਕਿੰਨੀ ਸਜਾਵਟ ਹੈ। ਚਲੋ ਇਹ ਤਾਂ ਤੁਹਾਡੀ ਉਪਲਬਧੀਆਂ ਹੋ ਗਈਆਂ। ਕੁਝ
ਗਲਤ ਮੈਸੇਜ ਵੀ ਉੱਥੋਂ ਦੀ ਗਏ ਕਮੇਟੀ ਦੇ, ਜਿਵੇਂ ਉਹ ਚਾਂਦੀ ਦਾ ਮੁਕਟ ਤੇ ਹੋਰ ਜਿਵੇਂ ਮਾਨ ਮਰਿਆਦਾ ਦਾ ਥੋੜ੍ਹਾ ਜਿਹਾ ਘਾਣ ਹੋਇਆ, ਸੰਗਤ 'ਚ ਬੜਾ ਗਲਤ ਮੈਸੇਜ ਆ, ਸੰਗਤ ਨੇ ਬਹੁਤ ਵੱਡਾ ਇਕੱਠ ਵੀ ਕੀਤਾ। ਉਪਲਬਧੀਆਂ ਵੀ ਤੁਸੀਂ ਗਿਣਾਉਂਦੇ ਹੋ ਕਿ ਉਹ ਵੀ ਹੈਗੀਆਂ ਉਪਲਬਧੀਆਂ, ਤੁਹਾਨੂੰ ਕੀ ਲੱਗਦਾ ਕੀ ਇਸ 5 ਸਾਲਾਂ ਦੇ ਦਰਮਿਆਨ ਕੋਈ ਜਿਹਦੇ 'ਤੇ ਅਸੀਂ ਮਾਣ ਕਰ ਸਕੀਏ ਕਿ ਇਹ ਸਿੱਖ ਕੌਮ ਨੂੰ ਉਪਲਬਧੀ ਹੋਈ ਹੈ? ਦੇਖੋ, ਮੈਂ ਬੇਨਤੀ ਕਰਾਂ, ਇੱਕ ਉਹ ਗਰੁੱਪ ਜਿਹੜਾ ਇੱਥੇ ਕਮੇਟੀ ਨੂੰ ਭੰਗ ਕਰਕੇ ਫਿਰ ਸੀਵਰ ਚਾਹੁੰਦਾ ਹੈ। ਕਿਹੜਾ ਗਰੁੱਪ ਹੈ? ਤੁਸੀਂ ਨਾਮ ਲਵੋ open। ਨਹੀਂ, ਮੈਂ ਤਾਂ ਕਹਿ ਰਿਹਾ ਨਹੀਂ ਨਾਮ ਲਵੋ, ਖੁੱਲਾ ਓਪਨ, ਕੋਈ ਨਹੀਂ। ਦੇਖੋ, ਇਹਦੇ ਵਿੱਚ ਕੋਈ ਨਾਂ ਲਿਆ ਜਾਵੇ, ਅੱਗੇ ਮੈਂ ਨਾਂ ਲੈ ਦੇ ਦਿੱਤਾ ਹੈ, ਉਹ ਹੀ ਬੰਦੇ ਨੇ, ਉਹਨਾਂ ਦੀ ਭਾਵਨਾ ਹੈ ਕਿ ਇੱਥੇ ਰਿਸੀਵਰ ਬੈਠ ਜਾਵੇ, ਕਮੇਟੀ ਭੰਗ ਹੋ ਜਾਵੇ। ਔਰ ਉਹ ਤਾਂ ਤੁਹਾਡੇ ਤੋਂ ਆਰੋਪ ਲਗਾਉਂਦੇ ਨੇ ਕਿ ਤੁਸੀਂ ਰਿਸੀਵਰ ਬਿਠਾਉਣਾ ਚਾਹੁੰਦੇ ਹੋ। ਚਲੋ, ਦਾਸ ਨੇ ਤਾਂ ਨਹੀਂ, ਆਰੋਪ ਤਾਂ ਵੇਖੋ, ਆਰੋਪ ਤਾਂ ਕੋਈ ਵੀ ਲਗਾ ਸਕਦਾ ਨਾ, ਬਈ ਤੁਸੀਂ ਉਹਨਾਂ ਤੇ ਆਰੋਪ, ਉਹ ਤੁਹਾਡੇ ਤੇ ਆਰੋਪ ਲਗਾਉਂਦੇ ਨੇ। ਦਾਸ ਨੇ ਵਿਦਨ ਟਾਈਮ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡਾ ਟਾਈਮ ਪੂਰਾ ਹੋ ਗਿਆ, ਸਾਡੀ ਚੋਣ ਕਰਵਾਓ। ਔਰ ਬੜੇ ਸਿਸਟਮੈਟਿਕਲੀ ਢੰਗ ਦੇ ਨਾਲ ਏਡੀਐਮ ਸਾਹਿਬ ਅਪਾਇੰਟ ਕੀਤੇ ਗਏ ਨੇ, ਜਿਨ੍ਹਾਂ ਨੇ ਬੜੀ ਗੁੱਡੀ ਬਖਸ਼ਿਸ਼ ਹੈ, ਬੜੇ ਇਮਾਨਦਾਰ ਨੇ, ਬੜੀ ਲਗਨ ਦੇ ਨਾਲ ਸਾਡੀ ਚੋਣ ਕਰਾ ਰਹੇ ਨੇ। ਅਗਰ ਦਾਸ ਦੀ ਥਾਂ ਤੇ ਕੋਈ ਹੋਰ ਹੁੰਦਾ ਇੱਥੇ ਬੈਠਾ ਹੋਇਆ ਤਾਂ ਸ਼ਾਇਦ ਇਹ ਚੋਣ ਅੱਜ ਨਾ ਹੁੰਦੀ। ਅੱਛਾ, ਫਕਰ ਨਾ ਕਹਿ ਸਕਦਾ। ਇਹਨਾਂ ਮਤਲਬ ਇਹਨਾਂ ਵਿਸ਼ਵਾਸ ਹੈ ਤੁਹਾਨੂੰ? ਹਾਂ, ਕਾਰਨ ਕੀ ਮਤਲਬ? ਥੋੜਾ ਸੰਗਤ ਨੂੰ ਪਤਾ ਵੀ ਹੋਣਾ ਚਾਹੀਦਾ। ਮੈਂ ਇਹ ਕਹਿਣਾ ਚਾਹੁੰਦਾ ਕਿ ਮੇਰੀ ਇਸ ਪਦ ਦੇ ਨਾਲ ਕੋਈ ਲਗਾਓ ਨਹੀਂ। ਜਿਸ ਵੇਲੇ ਦਾਸ ਨੂੰ ਪ੍ਰਧਾਨ ਬਣਾਇਆ ਗਿਆ ਹੈ, ਉਸ ਵੇਲੇ ਵੀ ਦੋ ਬੰਦਿਆਂ ਦਾ ਵਾਦ ਸੀ, ਗਿੱਲ ਸਾਹਿਬ ਤੇ ਸੰਧੂ ਸਾਹਿਬ ਦਾ। ਇੱਕ ਦਿਨ ਰਾਤ ਸਾਡੀ ਪੂਰੀ ਨਿਕਲ ਗਈ, ਦਿਨ ਪੂਰਾ ਨਿਕਲ ਗਿਆ, ਜਦੋਂ ਕਿ ਸਰਬਸੰਮਤੀ ਨਾਲ ਸੰਗਤ ਨੇ ਦਾਸ ਨੂੰ ਜਨਰਲ ਸੈਕਟਰੀ ਨਿਯੁਕਤ ਕਰ ਲਿਆ ਸੀ। ਤਾਂ ਮੈਂ ਉੱਥੇ ਖੜਾ ਹੋ ਕੇ ਇਹ ਕਿਹਾ, ਮੈਂ ਕਿਹਾ ਦੇਖੋ, ਬੇਨਤੀ ਇਹ ਹੈ ਕਿ ਤੁਸੀਂ ਇੱਕ ਪ੍ਰਧਾਨ ਪਹਿਲਾਂ ਬਣ ਜਾਓ, ਇੱਕ ਬਾਅਦ ਚ ਬਣ ਜਾਓ, ਤੁਸੀਂ ਵੰਡ ਲਓ ਸਮਾਂ ਆਪਣਾ, ਔਰ ਇੱਕ ਜਨਰਲ ਸੈਕਟਰੀ ਬਣ ਜਾਓ ਉਹਨਾਂ ਸਮੇਂ ਵਾਸਤੇ। ਲੇਕਿਨ 1.5 ਤੇ 3.5 ਸਾਲ ਦਾ ਸਮਾਂ ਵੀ ਉਹਨਾਂ ਤੈਅ ਕਰ ਲਿਆ, ਲੇਕਿਨ ਕੋਈ ਵੀ ਬਾਅਦ ਚ ਬਣਨ ਨੂੰ ਤਿਆਰ ਨਹੀਂ ਸੀ। ਦੋਨੋਂ ਕਹਿੰਦੇ ਸੀ ਮੈਂ ਪਹਿਲਾਂ ਬਣਨਾ ਹੈ। ਤਾਂ ਫਿਰ ਦਾਸ ਨੂੰ ਤਿਆਗ ਕਰਦੇ ਹੋਏ ਮੈਂ ਇੱਥੇ ਬੇਨਤੀ ਕੀਤੀ, ਮੈਂ ਆਖਿਆ ਦੇਖੋ, ਤੁਸੀਂ ਇੱਕ ਜਨਰਲ ਸੈਕਟਰੀ ਬਣ ਜਾਓ, ਇੱਕ ਪਹਿਲਾਂ ਪ੍ਰਧਾਨ ਬਣ ਜਾਓ, ਦਾਸ ਨੂੰ ਬਾਅਦ ਦਾ ਸਮਾਂ ਦੇ ਦਿਓ। ਔਰ ਉਸ ਵੇਲੇ ਸਾਰਾ ਜਕਾਰਾ ਛੱਡ ਕੇ ਅਸੀਂ ਉਹ ਸ਼ੁਰੂ ਵਾਲਾ ਵਿਵਾਦ ਨਹੀਂ, ਤੇ ਸ਼ਾਇਦ ਉਸ ਦਿਨ ਹੀ ਸਾਡੀ ਕਮੇਟੀ ਭੰਗ ਹੋ ਜਾਂਦੀ ਇਸੇ ਗੱਲ ਦੇ ਉੱਤੇ। ਚਲੋ, ਹੁਣ ਜਿਵੇਂ ਚੋਣਾਂ ਦੀ ਜਿਹੜੀ ਤਿਆਰੀ ਚੱਲ ਰਹੀ, ਉਹਦੇ 'ਚ ਕੀ ਅਪਡੇਟ ਹੈ? ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਦੇ 'ਚ ਕੋਈ ਦਿੱਕਤ ਤੇ ਨਹੀਂ ਆ ਰਹੀ? ਬਿਲਕੁਲ ਠੀਕ ਠਾਕ ਚੱਲ ਰਿਹਾ, ਬਿਲਕੁਲ ਪਾਰਦਰਸ਼ਤਾ ਦੇ ਨਾਲ ਹੋ ਰਿਹਾ ਸਾਰਾ? ਦੇਖੋ, ਚੁਣਾਵ ਅਧਿਕਾਰੀ ਵੱਲੋਂ ਬਿਲਕੁਲ ਪਾਰਦਰਸ਼ਤਾ ਦੇ ਨਾਲ ਹੋ ਰਿਹਾ ਵਾ, ਉਹਦੇ ਉੱਤੇ ਕੋਈ ਕਿੰਤੂ ਪਰੰਤੂ ਸ਼ੰਕਾ ਨਹੀਂ। ਲੇਕਿਨ ਅਫਸੋਸ ਵਾਲੀ ਗੱਲ ਇਹ ਹੈ ਕਿ ਕੁਝ ਅਸਥਾਵਾਂ ਦੇ ਉੱਤੇ ਜਿਹੜੇ ਸਾਡੇ ਛੋਟੇ ਛੋਟੇ ਗੁਰਦੁਆਰੇ ਨੇ, ਉਹ ਆਪਸ ਵਿੱਚ ਦੀ ਡੈਲੀਗੇਟ ਭੇਜਣ ਤੋਂ ਬਾਅਦ ਕਰ ਰਹੇ ਨੇ। ਮੈਂ ਉਹਨਾਂ ਕੋਲ ਬੇਨਤੀ ਕਰਾਂਗਾ ਕਿ ਸਰਬਸੰਮਤੀ ਦੇ ਨਾਲ ਇੱਕ ਡੈਲੀਗੇਟ ਚੁਣ ਕੇ ਭੇਜੋ, ਕੋਈ 2 ਡੈਲੀਗੇਟ ਨਾ ਭੇਜੋ, ਆਪਸ ਵਿੱਚ ਵਿਰੋਧ ਨਾ ਕਰੋ। ਇਸ ਵਿਰੋਧ ਦਾ ਕਾਰਨ ਸਾਨੂੰ ਲੰਬਾ ਭੁਗਤਣਾ ਪੈ ਜਾਂਦਾ ਹੈ। ਕਈ ਵਾਰ ਤੱਕ ਨੌਬਤ ਆ ਜਾਂਦੀ ਕਿ 2 ਗੁਰਦੁਆਰੇ ਪਿੰਡ ਦੇ ਵਿੱਚ ਬਣ ਜਾਂਦੇ ਨੇ। ਇਸ ਕਰਕੇ ਸੁਲਝੇ ਹੋਏ ਆਦਮੀ, ਜਿਵੇਂ ਦਾਸ ਨੇ ਪਹਿਲਾਂ ਵੀ ਨਾਂ ਲਿਆ, ਚਾਵਲਾ ਜੀ ਨੇ ਨਾਂ ਲਿਆ, ਅਗਰ ਇਹੋ ਜਿਹੇ ਸਾਰੇ ਸਾਥੀ ਚੁਣ ਕੇ ਆਪਾਂ ਭੇਜ ਦਈਏ ਨਿਰਵਿਰੋਧ, ਤਾਂ ਮੈਂ ਸਮਝਦਾ ਕਿ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਹੈ, ਸਾਡਾ ਸਿੱਖ ਸਮਾਜ ਹੈ, ਜੋ ਸਾਡਾ ਏਮ ਹੈ ਇਸ ਗੁਰਦੁਆਰੇ ਨੂੰ ਕਾਇਮ ਰੱਖਣ ਦਾ, ਉਹ ਪੂਰਾ ਹੋਵੇਗਾ। ਇਸ ਵਾਰ ਜੋ ਸਾਨੂੰ ਲੱਗ ਰਿਹਾ ਹੈ ਕਿ ਬਹੁਤ ਜ਼ਿਆਦਾ ਇੰਟਰਸਟ ਲੈ ਰਹੀ ਹੈ ਸੰਗਤ ਪਹਿਲੇ ਦੇ ਮੁਕਾਬਲੇ, ਕਿਉਂਕਿ ਪਹਿਲੀ ਵਾਰ ਚੁਣਾਵ ਹੋਇਆ ਸੀ, ਉਦੋਂ ਸ਼ਾਇਦ ਇੰਨਾ ਇੰਟਰਸਟ ਨਹੀਂ ਸੀ। ਹੁਣ ਜੋ ਵੇਖ ਰਹੇ ਹਾਂ, ਹਰ ਜਿਨ੍ਹਾਂ ਨੂੰ ਅਸੀਂ ਮਿਲ ਰਹੇ ਹਾਂ, ਸਭ ਦੀ ਚਰਚਾ ਦੇ ਵਿੱਚ ਸ਼ਾਮਲ ਹੈ ਕਿ ਗੁਰਦੁਆਰਾ ਨਾਨਕ ਪ੍ਰਬੰਧਕ ਕਮੇਟੀ ਚੁਣਾਵ ਹੋ ਰਹੇ ਨੇ। ਕਾਰਨ ਕੀ ਲੱਗਦਾ ਇੰਨਾ ਰੁਝਾਨ ਕਿਉਂ ਆ ਰਿਹਾ? ਵੀਰ ਜੀ, ਇਹ ਸੰਗਤਾਂ ਦਾ ਲਗਾਓ ਹੈ, ਇਹ ਖੁਸ਼ੀ ਦੀ ਗੱਲ ਹੈ। ਸਿੱਖ ਸੰਗਤਾਂ ਨੂੰ ਇੰਨਾ ਹੀ ਪਿਆਰ ਹੋਣਾ ਚਾਹੀਦਾ ਸਾਡੇ ਗੁਰੂ ਘਰ ਦੇ ਨਾਲ, ਔਰ ਇਸ ਗੱਲ 'ਤੇ ਉਹਨਾਂ ਨੂੰ ਮਜ਼ਬੂਤੀ ਨਾਲ ਖੜੇ ਹੋ ਜਾਣਾ ਚਾਹੀਦਾ ਹੈ ਕਿ ਉਹ ਮੈਂਬਰ ਚੁਣ ਕੇ ਭੇਜਣ ਜਿਹੜੇ ਇਸ ਕਮੇਟੀ ਨੂੰ ਲਗਾਤਾਰ ਪਿਆਰ ਨਾਲ ਇਕੱਠੇ ਬੈਠ ਕੇ ਚਲਾਉਣ। ਕੋਈ ਵੀ ਇਹੋ ਜਿਹੀ ਸ਼ਕਤੀ ਵਿੱਚ ਨਾ ਆ ਜਾਵੇ ਜਿਹੜੀ ਇਸ ਕਮੇਟੀ ਨੂੰ ਭੰਗ ਕਰਾਉਣ ਦੀ ਸੋਚ ਵਿੱਚ ਹੋਵੇ, ਬਲਕਿ ਜਿਸ ਤਰ੍ਹਾਂ ਦੇ ਸਾਡੇ ਸਾਥੀ ਆਏ ਨੇ, ਮੈਂ ਕਹਿੰਦਾ ਕਿ ਅਗਰ 5-4 ਸਾਥੀ ਬੈਠੇ ਹੋਣਗੇ ਤਾਂ ਸਾਡੀ ਕਮੇਟੀ ਨੂੰ ਕੋਈ ਖਤਰਾ ਨਹੀਂ, ਇਹ ਸਮਝਾ ਲੈਣਗੇ ਉਹਨਾਂ ਸਾਰੇ ਸਾਥੀਆਂ ਨੂੰ। ਪਿਛਲੀ ਵਾਰ ਗੁਰਦੁਆਰਾ ਨਾਨਕਮਤਾ ਜਿਹੜਾ ਗੁਰਦੁਆਰਾ ਨਾਨਕ ਸਾਹਿਬ, ਉਹਦੇ ਆਲੇ ਦੁਆਲੇ ਅਸੀਂ ਕਈ ਵਾਰੀ ਗਏ ਹਾਂ, ਅਤੇ ਜਿਵੇਂ ਭਾਵੇਂ ਰਾਵਾਂ ਸਿੱਖਾਂ ਦੇ ਪਿੰਡ ਨੇ, ਜਿਹੜੇ ਡੂੰਘਿਆਂ ਇਲਾਕੇ, ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਨੇ, ਉੱਥੇ ਈਸਾਈ ਧਰਮ ਦੇ ਵਿੱਚ ਬੜੇ ਕਨਵਰਟ ਹੋ ਰਹੇ ਨੇ। ਮੈਂ ਹੁਣ ਵੀ ਹੋ ਕੇ ਆਇਆ, ਅਤੇ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਨਹੀਂ ਕੋਈ ਉਪਰਾਲਾ ਕੀਤਾ ਗਿਆ ਉਹਨਾਂ ਦੇ ਲਈ? ਉੱਥੇ ਭਾਵੇਂ ਪ੍ਰਚਾਰ ਪ੍ਰਸਾਰ ਦਾ ਜਾਂ ਇਸ ਤਰ੍ਹਾਂ ਦੇ ਵੀ ਉਹ ਸਾਡੇ ਕੌਮ ਤੋਂ ਬੇਮੁਖ ਨਾ ਹੋ ਸਕਣ, ਬੜੇ ਹੀ ਇੱਕ ਡੂੰਘੇ ਤਰੀਕੇ ਦੇ ਨਾਲ ਉਹਨਾਂ ਨੂੰ ਆਪਣੇ ਵੱਲ ਖਿੱਚਿਆ ਜਾ ਰਿਹਾ। ਇਹਦੇ ਵਿੱਚ ਨਾਨਕਮਤਾ ਕਮੇਟੀ ਨੇ ਕਿਉਂ ਨਹੀਂ ਕੋਈ? ਅਸੀਂ ਦੇਖੋ, ਜਦੋਂ ਸਾਡੀ ਕਮੇਟੀ ਹੋਂਦ ਵਿੱਚ ਆਈ, ਸਾਡੇ ਜਿਹੜੇ ਥੁਰਦਰਪੁਰ ਤੋਂ ਮੈਂਬਰ ਨਾਮਜ਼ਦ ਹੋਏ ਨੇ ਪ੍ਰਿਤਪਾਲ ਸਿੰਘ ਜੀ, ਇਹਨਾਂ ਦੀ ਸੇਵਾ ਸੀ। ਇਹ ਇੱਕ ਬੱਸ ਦੇ ਬੱਚਿਆਂ ਨੂੰ ਲਿਆਉਂਦੇ ਸੀ,
ਹਰ ਐਤਵਾਰ ਅਸੀਂ ਤਾਂ ਕੈਂਪ ਲਾਉਂਦੇ ਸੀ। ਉਹਨਾਂ ਬੱਚਿਆਂ ਨੂੰ ਗੁਰਮੁਖੀ, ਗੁਰਬਾਣੀ ਦਾ ਗਿਆਨ, ਸਿੱਖੀ ਬਾਰੇ ਉਹਨਾਂ ਨੂੰ ਉਪਦੇਸ਼ ਦਿੰਦੇ ਸੀ। ਔਰ ਇਹ ਕਰੀਬ 2-2.5 ਸਾਲ ਉਹਨਾਂ ਨੇ ਲਗਾਤਾਰ ਚਲਾਇਆ। ਉਹਦਾ ਸਾਰਾ ਖਰਚਾ ਆਉਣ ਜਾਣ, ਖਾਣ ਪੀਣ, ਬੁੱਕਸ ਵਗੈਰਾ ਦਾ ਉਹ ਕਮੇਟੀ ਚੱਲਦੀ ਸੀ। ਅਸੀਂ ਇਹ ਉਪਰਾਲਾ ਕੀਤਾ ਕਿ ਆਪਣੀ ਇਹਨਾਂ ਸੰਗਤਾਂ ਨੂੰ, ਉਹ ਜਿਹੜੇ ਤੁਸੀਂ ਨਾਂ ਲੈ ਰਹੇ ਹੋ ਨਾ, ਲਾਗੇ ਲਾਗੇ ਦੇ ਪਿੰਡ ਗਰੀਬ ਪਰਿਵਾਰ ਨੇ ਅਮੂਮਨ ਸਾਡੇ ਗੁਰਦੁਆਰਾ ਸਾਹਿਬ ਦੇ ਲਾਗੇ ਲਾਗੇ ਰਾਏ ਸਿੱਖ ਆਬਾਦੀ ਬਹੁਤ ਹੈ, ਔਰ ਵਿਚਾਰੇ ਗਰੀਬ ਪਰਿਵਾਰਾਂ ਵਿੱਚ ਸੰਬੰਧਿਤ ਨੇ, ਔਰ ਉਹਨਾਂ ਸਰਦੇ ਅਸੀਂ ਬੱਚੇ ਲਿਆਉਂਦੇ ਸੀ। ਅਸੀਂ ਉਹਨਾਂ ਨੂੰ ਬੜਾ ਸਿੱਖੀ ਦੇ ਨਾਲ ਜੋੜਿਆ ਹੈ। ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਅਸੀਂ ਆਪਣਾ ਪ੍ਰਯਾਸ ਕੀਤਾ, ਆਪਣਾ ਪ੍ਰਯਾਸ ਕਰਦੇ ਨੇ, ਲੇਕਿਨ ਕੋਈ ਇਹੋ ਜਿਹੀ ਵੱਡੀ ਘਟਨਾ ਨਹੀਂ ਹੈ ਕਿ ਉੱਥੇ ਬਹੁਤ ਜ਼ਿਆਦਾ ਲੋਕ ਈਸਾਈਅਤ ਵੱਲ ਪ੍ਰੇਰਿਤ ਹੋ ਰਹੇ ਨੇ। ਮੈਂ ਹੁਣੇ ਥੋੜ੍ਹੇ ਦਿਨ ਪਹਿਲਾਂ ਹੀ ਮੈਂ ਉੱਥੇ ਹੋ ਕੇ ਆਇਆ ਤੇ ਬਹੁਤ ਮਾੜੇ ਹਾਲਾਤ ਨੇ। ਤੁਸੀਂ ਆਪ ਕਦੀ ਗਏ ਹੋ ਉਹਨਾਂ ਇਲਾਕਿਆਂ 'ਚ? ਜੀ ਵੀਰ ਜੀ, ਮੈਂ ਜਿਵੇਂ ਆ ਜਿਹੜਾ ਗੋਠਾ ਇਲਾਕਾ ਹੈਗਾ, ਸਿਤਾਰਗੰਜ ਤੋਂ ਪਹਿਲਾਂ ਗੋਠਾ ਇਲਾਕਾ ਪੂਰੇ ਜੰਗਲਾਤ ਦੇ ਵਿੱਚ, ਨਾ ਉੱਥੇ ਸੜਕਾਂ ਨੇ ਕੁਛ। ਉੱਥੇ ਥੋੜ੍ਹੇ ਦਿਨ ਪਹਿਲਾਂ ਮੈਂ ਆਪ ਹੋ ਗਿਆ, ਗਰੀਬ ਉੱਥੇ ਪਰਿਵਾਰ ਦੀ ਬੱਚੀ ਦੇ ਅਸੀਂ ਵਿਆਹ ਲਈ ਅਪੀਲ ਕੀਤੀ ਸੀ, ਉਹ ਸਾਡੀ ਦਰਸ਼ਕਾਂ ਨੇ ਉਹਨੂੰ ਸਹਿਯੋਗ ਕੀਤਾ। ਉੱਥੇ ਬਹੁਤ ਮਾੜੇ ਹਾਲਾਤ ਨੇ। ਤੁਸੀਂ ਕਦੀ ਉੱਥੇ ਜਾ ਕੇ ਦੇਖੋ? ਵੀਰ ਜੀ, ਮੈਂ ਜਿਹੜਾ ਸਾਡਾ ਦੇਵੀਪੁਰ ਫਾਰਮ ਹੈ ਨਾ, ਉਹਨੂੰ ਇੱਕ ਜਾਂ ਤਾਂ ਡੈਮ ਤੋਂ ਵਿੱਚੋਂ ਲੰਘਣਾ ਪੈਂਦਾ ਹੈ, ਜਾਂ 6-7 ਕਿਲੋਮੀਟਰ ਜੰਗਲ ਲੰਘ ਕੇ ਆਉਣਾ ਪੈਂਦਾ ਸਾਨੂੰ। ਉਹ ਇੱਕ ਟਾਪੂ ਹੈ ਜਿਹੜੀ ਉੱਥੇ ਅੱਗੇ ਬਾੜੀ ਬਾਦੀ ਹੈ, ਕਾਫੀ ਪਿੰਡ ਨੇ ਉਹਦੇ ਵਿੱਚ। ਦਾਸ ਉੱਥੇ ਬਹੁਤ ਜਾਂਦਾ ਰਿਹਾ, ਬਹੁਤ ਸੇਵਾ ਕਰਾਉਂਦਾ ਰਿਹਾ ਉੱਥੇ। ਬਾਕੀ ਇਲਾਕੇ ਵਿੱਚ ਦਾਸ ਘੁੰਮਦਾ ਰਿਹਾ। ਮੈਂ ਬੇਨਤੀ ਕਰ ਰਿਹਾ ਕਿ ਉਹਨਾਂ ਲੋਕਾਂ ਦੀ ਮਾਲੀ ਹਾਲਤ ਕਮਜ਼ੋਰ ਹੈ, ਪਛੜੇ ਹੋਏ ਲੋਕ ਨੇ ਉਹ। ਔਰ ਸਾਡਾ ਨਹੀਂ, ਪ੍ਰਬੰਧਕ ਕਮੇਟੀ ਵੱਲੋਂ ਕੋਈ ਉਪਰਾਲਾ ਕੀਤਾ ਜਾਏਗਾ ਜੇ ਹੁਣ ਦੁਬਾਰਾ ਬਣਦੀ ਹੈ? ਬਿਲਕੁਲ ਕੀਤਾ ਜਾਏਗਾ ਵੀਰ ਜੀ। ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਸਿੱਖੀ ਦੇ ਨਾਲ ਜੋੜਨ ਦੀ। ਔਰ ਜਿੰਨੇ ਵੀ ਸਾਡੇ ਕੋਲ ਦਾਸ ਦੇ ਸਮੇਂ ਦੇ ਵਿੱਚ ਬੱਚੀ ਜਾਂ ਬੱਚਿਆਂ ਦੇ ਆਨੰਦ ਕਾਰਜ ਵਾਸਤੇ ਸਾਡੇ ਕੋਲ ਆਉਂਦੇ ਰਹੇ ਨੇ, ਅਸੀਂ ਹਰ ਬੱਚੀ ਦੇ ਆਨੰਦ ਕਾਰਜ ਵਾਸਤੇ ਸਹਿਯੋਗ ਕੀਤਾ ਹੈ। ਅਸੀਂ ਕਿਸੇ ਵੀ ਪਰਿਵਾਰ ਨੂੰ ਮੋੜਿਆ ਨਹੀਂ। ਹੁਣ ਨਵੀਂ ਕਮੇਟੀ ਬਣਨ ਜਾ ਰਹੀ ਹੈ ਤੇ ਤੁਹਾਡਾ ਕੀ ਮੈਸੇਜ ਹੈ, ਕੀ ਸੁਣਿਆ ਆਮ ਸੰਗਤ ਨੂੰ ਕਿ ਕਿਸ ਤਰ੍ਹਾਂ ਦੇ ਬੰਦੇ ਆਉਣੇ ਚਾਹੀਦੇ? ਦੇਖੋ, ਦਾਸ ਤਾਂ ਫਿਰ ਬੇਨਤੀ ਕਰੇਗਾ ਗੁਰਮਤਿ ਨਾਲ ਜੁੜੇ ਹੋਏ, ਸਿੱਖੀ ਨਾਲ ਜੁੜੇ ਹੋਏ, ਉੱਚੀ ਸਿੱਖਿਆ ਵਾਲੇ, ਅੱਛੇ ਘਰਾਣੇ ਦੇ ਜਿਹੜੇ ਮੈਂਬਰ ਨੇ। ਮੇਰਾ ਭਾਵ ਪੈਸੇ ਤੋਂ ਨਹੀਂ, ਜਿਹੜੇ ਗੁਰਮਤਿ ਵੱਲੋਂ ਅਮੀਰ ਨੇ, ਆਪਾਂ ਸਾਰੇ ਉਹਨਾਂ ਨੂੰ ਚੁਣ ਕੇ ਭੇਜੀਏ ਤਾਂ ਜੋ ਕਿ ਸਾਡਾ ਇਹ ਜਿਹੜਾ ਸਥਾਨ ਹੈ, ਬੜਾ ਪਵਿੱਤਰ ਸਥਾਨ ਹੈ, ਉੱਤਰ ਭਾਰਤ ਦਾ ਪ੍ਰਸਿੱਧ ਸਥਾਨ ਹੈ, ਇਹਨੂੰ ਅਸੀਂ ਲੋਕਾਂ ਨੂੰ ਇਹ ਤੋਂ ਸਹੂਲਤਾਂ ਦੇ ਕੇ ਸਿੱਖੀ ਦੇ ਨਾਲ ਜੋੜ ਸਕੀਏ। ਔਰ ਸਾਡੀ ਸਿੱਖੀ ਦਾ ਜੋ ਸਾਡਾ ਨਿਸ਼ਾਨਾ ਹੈ, ਗੁਰਮੁਖੀ ਵਿਦਿਆ, ਜਿੱਥੇ ਹੋਰ ਵਿਦਿਆ ਨੇ ਤਾਂ ਗੁਰਮੁਖੀ ਵਿਦਿਆ ਵੀ ਨਾਲ ਦਿੱਤੀ ਜਾਵੇ। ਅਸੀਂ ਪਲੈਨਿੰਗ ਕਰ ਰਹੇ ਹਾਂ ਕਿ ਅਸੀਂ ਡੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਇੱਕ ਦਿਨ ਕਿ ਜਿਹੜਾ ਊਧਮ ਸਿੰਘ ਨਗਰ ਵਿੱਚ ਜਿੰਨੇ ਵੀ ਸਕੂਲ ਨੇ ਉਹਨਾਂ 'ਚ ਇੱਕ ਪੀਰੀਅਡ ਗੁਰਮੁਖੀ ਵਾਸਤੇ ਰੱਖਿਆ ਜਾਵੇ, ਚਾਹੇ ਆਪਸ਼ਨੇਬਲ ਹੋਏ। ਹਾਂ, ਲੇਕਿਨ ਇਹ ਬੱਚਿਆਂ ਨੂੰ ਕਮ ਸੇ ਕਮ ਇੰਨਾ ਕਿ ਉਹਨਾਂ ਆਪਣੀ ਗੁਰਮੁਖੀ ਲਿਪੀ ਦੇ ਨਾਲ ਥੋੜ੍ਹਾ ਜਿਹਾ ਪਤਾ ਹੋਵੇ। ਨਾਨਕ ਮੱਤਾ ਜਿਹੜਾ ਸਥਾਨ ਹੈ, ਇੰਨਾ ਪਵਿੱਤਰ ਸਥਾਨ ਹੈ, ਇੰਨਾ ਵੱਡਾ ਸਥਾਨ ਹੈ ਉੱਤਰਾਖੰਡ ਦੇ ਵਿੱਚ। ਸਾਨੂੰ ਲੱਗਦਾ ਕਿ ਸਿੱਖਾਂ ਦੀ ਇੱਕ ਬੜੀ ਵੱਡੀ ਹੋਣ ਦਾ ਵੀ ਸਥਾਨ ਹੈ। ਉੱਥੋਂ ਦੀ ਕੋਈ ਵੀ ਗੱਲ ਜਿਹੜੀ ਹੈ ਸਿੱਖਾਂ ਦੇ ਹਿੱਤਾਂ ਲਈ ਉੱਠੇ, ਸਰਕਾਰਾਂ ਕਦੇ ਨਹੀਂ ਉਹਨੂੰ ਰੋਕ ਸਕਦੀਆਂ। ਲੇਕਿਨ ਅਸੀਂ ਉੱਥੋਂ ਤੋਂ ਕੁਝ ਹਾਸਿਲ ਨਹੀਂ ਕਰ ਪਾਏ। ਕੋਈ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਉਪਲਬਧੀ ਉੱਥੋਂ ਦੀ ਕੋਈ ਕੌਮ ਨੂੰ ਜਿਹਦੇ 'ਤੇ ਮਾਣ ਹੋਏ ਕਿ ਅਸੀਂ ਕਮੇਟੀ ਕੋਈ ਹਾਸਿਲ ਕਰ ਪਈ, ਤੁਹਾਨੂੰ ਲੱਗਦਾ ਹੈ ਕਿ ਨਹੀਂ ਹਾਸਿਲ ਕਰ ਪਾਏ? ਬਿਲਕੁਲ ਵੀਰ ਜੀ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਅਸੀਂ ਮੀਟਿੰਗ ਵਿੱਚ ਪ੍ਰਸਤਾਵ ਰੱਖਿਆ ਗਿਆ ਕਿ ਇੱਥੇ ਪੰਜਾਬੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇ। ਤਾਂ ਉਹਦੇ ਵਿੱਚ ਕੁਝ ਮੇਰੇ ਸਾਥੀਆਂ ਨੇ ਇਹੋ ਜਿਹੇ ਬਚਨ ਬੋਲੇ ਕਿ ਪਹਿਲਾਂ ਤੁਸੀਂ ਆਪਣਾ ਸਕੂਲ ਤਾਂ ਸਾਂਭ ਲਓ, ਤੁਸੀਂ ਜੂਨੀਅਰ ਸੁਪਨੇ ਲੈਣ ਡਏ ਜੇ। ਉਹਨੇ ਉੱਥੇ ਵਿਰੋਧ ਕਰ ਦਿੱਤਾ, ਇਹਦਾ ਇੰਨੀ ਜ਼ਮੀਨ ਚਾਹੀਦੀ ਹੈ, ਤੁਸੀਂ ਜ਼ਮੀਨ ਗੁਰਦੇ ਨੂੰ ਦੇ ਦਿਓਗੇ, ਤੁਹਾਡੇ ਕੋਲ ਕੀ ਰਹਿ ਜਾਵੇਗਾ, ਤੁਸੀਂ ਜ਼ਮੀਨ ਨਹੀਂ ਦਿਓਗੇ। ਉਹਨਾਂ ਜ਼ਮੀਨ ਦੇਣ ਤੋਂ ਹੀ ਆਨਾਕਾਨੀ ਕੀਤੀ ਕਿ ਅਸੀਂ 1 ਇੰਚੀ ਜ਼ਮੀਨ ਵੀ ਅਸੀਂ ਗੌਰਮੈਂਟ ਨੂੰ ਨਹੀਂ ਕਿਸੇ ਕੰਮ ਵਾਸਤੇ ਦੇਵਾਂਗੇ, ਜੋ ਆਪਾਂ ਕੰਮ ਨਿੱਜੀ ਕਰਾਂਗੇ। ਕਹਿਣਗੇ ਆਪ ਤੁਸੀਂ ਸਕੂਲ ਬਣਾਓ। ਇਹ ਪ੍ਰੋਗਰਾਮ ਕੀਤਾ ਗਿਆ ਕਿ ਆਪਣੇ ਬੱਚਿਆਂ ਨੂੰ, ਜਿਹੜੇ ਲੋਕਲ ਦੇ ਬੱਚੇ ਨੇ, ਇਹਨਾਂ ਨੂੰ IAS BCS IPS ਦੀ ਟ੍ਰੇਨਿੰਗ ਵਾਸਤੇ ਇੱਥੇ ਆਪਾਂ ਇੱਕ ਇਮਾਰਤ ਕਾਲਜ ਤਿਆਰ ਕਰੀਏ। ਉਹਦੇ ਵਿੱਚ ਮਜ਼ਾਕ ਉਡਾਇਆ ਗਿਆ ਵੀ ਤੁਹਾਨੂੰ ਬਲ ਇੱਥੋਂ ਤੱਕ ਕਿਹਾ ਗਿਆ, ਦਾਸ ਨੂੰ ਕਿਹਾ ਗਿਆ, ਤੁਹਾਡੇ ਵੱਲੋਂ ਪ੍ਰਯਾਸ ਕੀਤਾ ਗਿਆ ਕਿ IAS ਦੀ ਤੁਸੀਂ ਫੁੱਲ ਫਾਰਮ ਦੱਸੋ ਸਾਨੂੰ ਕੋਈ। ਚਲੋ ਅੱਛਾ, ਹੁਣ ਜਿਹੜੇ ਨੌਜਵਾਨ ਕਮੇਟੀ ਦੇ ਵਿੱਚ ਆਉਣਾ ਚਾਹੁੰਦੇ ਨੇ ਤੇ ਉਹਨਾਂ ਅਗਰ ਨਵੀਂ ਸੋਚ ਦੇ ਨਾਲ ਆ ਰਹੇ ਨੇ ਤੇ ਪ੍ਰੋਬਲਮ ਕੀ ਹੈ? ਉਹਨੂੰ ਆਉਣਾ ਚਾਹੀਦਾ? ਨਹੀਂ, ਆਉਣਾ ਚਾਹੀਦਾ ਹੈ। ਬਿਲਕੁਲ ਵੀਰ ਜੀ, ਨਵੀਂ ਸੋਚ ਨੂੰ ਵੀ ਆਉਣਾ ਚਾਹੀਦਾ ਹੈ। ਔਰ ਜਿਹੜੇ ਤਜਰਬੇਕਾਰ ਸਾਥੀ ਨੇ, ਕਿਉਂਕਿ ਇਹਦੇ ਵਿੱਚ ਇੱਕ ਕਾਰਨ ਹੈ, ਜਿਹੜੇ ਸਾਡੇ ਸਾਥੀ ਪਿਛਲੇ 5 ਸਾਲਾਂ ਚੱਲੇ ਨੇ, ਉਹਨਾਂ ਨੂੰ ਪਤਾ ਹੈ ਕਿ ਸਾਡੇ ਕੋਲ 5 ਸਾਲਾਂ 'ਚ ਕੀ ਸਮੱਸਿਆਵਾਂ ਸਾਹਮਣੇ ਆਈਆਂ, ਸਮੱਸਿਆ ਤੇ ਕੀ ਕਮੀਆਂ ਰਹਿ ਗਈਆਂ ਤੇ ਕੀ ਕਮੀਆਂ ਰਹਿ ਗਈਆਂ ਨੇ। ਔਰ ਉਹ ਉਸ 5 ਸਾਲ ਦੀ ਪ੍ਰੋਬਲਮ ਤੋਂ ਅੱਗੇ ਚੱਲਣਗੇ। ਅਗਰ ਬੱਚੇ ਜਿਹੜੇ ਨਵੇਂ ਆਉਣਗੇ ਉਹ ABC ਤੋਂ ਚੱਲਣਗੇ,
ਉਹ ਫਿਰ ਮੁੜ ਤੋਂ ਚੱਲਣਗੇ। ਔਰ ਜਿਹੜੀਆਂ ਇੱਥੇ ਵਿਰੋਧੀ ਤਾਕਤਾਂ ਲੱਗੀਆਂ ਹੋਈਆਂ ਨੇ ਉਹ ਕਿਉਂਕਿ ਟ੍ਰੇਨਡ ਨੇ, ਉਹ ਉਹਨਾਂ ਨੂੰ ਸਾਰਾ ਪਤਾ ਹੈ, ਉਹ ਉਸ ਚੀਜ਼ ਦਾ ਨਜਾਇਜ਼ ਫਾਇਦਾ ਉਠਾ ਕੇ ਉਹਨਾਂ ਨੂੰ ਵਰਗਲਾ ਕੇ ਰੱਖ ਦੇਣਗੇ। ਸਾਡੇ ਜਿਹੜੇ ਪੁਰਾਣੇ ਸਾਥੀ ਨੇ ਜਿਨ੍ਹਾਂ ਨੂੰ ਤਜਰਬੇਗਾ ਉਹਨਾਂ ਨੂੰ ਜ਼ਰੂਰ ਵਿਚਾਰ ਕੇ ਬੈਠਣਾ ਪਵੇਗਾ ਤਾਂ ਹੀ ਸਾਡੀ ਕਮੇਟੀ ਚੱਲ ਪਵੇ। ਮਤਲਬ ਮਿਲ ਜੁਲ ਕੇ ਹੋਣਾ ਚਾਹੀਦਾ, ਨਵੀਂ ਸੋਚ ਵਾਲੇ ਵੀ ਹੋਣੇ ਚਾਹੀਦੇ, ਜਿਨ੍ਹਾਂ ਨੂੰ ਤਜਰਬਾ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਉੱਥੇ ਕੀ ਇਹਨਾਂ 5 ਸਾਲਾਂ ਕੀਤਾ ਤੇ ਕੀ ਅਸੀਂ ਹਾਸਲ ਕਰ ਸਕਦੇ ਹਾਂ। ਦੋਨਾਂ ਦਾ ਮੇਲ ਜੁਲ ਕਰਕੇ ਵਧੀਆ ਮੇਲ ਜੁਲ ਕਰਕੇ ਹੋਣਾ ਤਾਂ ਹੀ ਸਾਡੀ ਕਮੇਟੀ ਚੱਲ ਪਵੇਗੀ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਸਾਡੇ ਨਾਲ ਜੁੜੇ ਹੋਏ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕਮੱਤਾ ਸਾਹਿਬ ਜੀ ਦੇ ਮੌਜੂਦਾ ਪ੍ਰਧਾਨ ਸੇਵਾ ਸਿੰਘ ਜੀ। ਤੇ ਸਾਡੀ ਇੱਕ ਅਸੀਂ ਹੁਣ ਮੁਹਿੰਮ ਸ਼ੁਰੂ ਕਰ ਰਹੇ ਹਾਂ ਕਿ ਕਿਉਂਕਿ ਗੁਰਦੁਆਰਾ ਨਾਨਕਮੱਤਾ ਸਾਹਿਬ ਦੀਆਂ ਚੋਣਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ, ਡੈਲੀਗੇਟ ਚੁਣੇ ਜਾ ਰਹੇ ਨੇ, ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਨਾਨਕਮੱਤਾ ਪ੍ਰਬੰਧਕ ਕਮੇਟੀ ਤੋਂ ਸੰਬੰਧਿਤ ਜਿਹੜੇ ਭਾਵੇਂ ਪੁਰਾਣੇ ਡਾਇਰੈਕਟਰ ਰਹੇ ਨੇ ਜਾਂ ਹੋਰ ਕੋਈ ਵੀ ਜਿਹੜੇ ਨਵੇਂ ਚੁਣ ਕੇ ਆ ਰਹੇ ਨੇ, ਕਿਸ ਸੋਚ ਦੇ ਨਾਲ ਆ ਰਹੇ ਨੇ, ਕਿਉਂ ਆਖਰ ਸੰਗਤ ਉਹਨਾਂ ਨੂੰ ਮੌਕਾ ਦੇ, ਉਹਨਾਂ ਕੋਲ ਵਿਜ਼ਨ ਕੀ ਹੈ ਕੌਮ ਦੀ ਭਲਾਈ ਵਾਸਤੇ, ਤੇ ਹੋਰ ਕਿਸ ਤਰ੍ਹਾਂ ਦੇ ਉਹਨਾਂ ਦੇ ਵਿਚਾਰ ਨੇ, ਉਹ ਸਾਰੇ ਅਸੀਂ ਤੁਹਾਡੇ ਨਾਲ ਰੱਖਣ ਦੀ ਕੋਸ਼ਿਸ਼ ਕਰਾਂਗੇ। ਆਸ ਕਰਦੇ ਹਾਂ ਕਿ ਸਾਡਾ ਇਹ ਉਪਰਾਲਾ ਤੁਹਾਨੂੰ ਪਸੰਦ ਹੋਏਗਾ। ਤੁਹਾਡੇ ਜਿਹੜੇ ਸਵਾਲ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪਾ ਸਕਦੇ ਹੋ। ਕਿਸ ਸ਼ਖਸੀਅਤ ਦੇ ਨਾਲ ਤੁਸੀਂ ਰੂਬਰੂ ਹੋਣਾ ਚਾਹੁੰਦੇ ਹੋ। ਸੇਵਾ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਰੁੱਧਰਪੁਰ ਦੇ ਵਿੱਚ ਆ ਕੇ ਸਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਅਪਡੇਟਾਂ ਸਾਂਝੀ ਕੀਤੀਆਂ। ਸੇਵਾ ਸਿੰਘ ਜੀ, ਜਿਹੜੀ ਹੁਣ ਚੋਣ ਪ੍ਰਕਿਰਿਆ ਚੱਲ ਰਹੀ ਹੈ, ਜਾਂਦੇ ਜਾਂਦੇ ਲਾਸਟ ਸਵਾਲ ਇਹ ਹੋਈ ਹੈ, ਤੁਹਾਨੂੰ ਲੱਗਦਾ ਕਿ ਬਿਲਕੁਲ ਪਾਰਦਰਸ਼ਤਾ ਦੇ ਨਾਲ ਚੱਲ ਰਹੀ ਹੈ? ਬਿਲਕੁਲ ਪਾਰਦਰਸ਼ਤਾ ਚੱਲ ਰਹੀ ਹੈ। ਸਾਡੇ ਚੋਣ ਅਧਿਕਾਰੀ ਬਹੁਤ ਹੀ ਲਗਨ ਮਿਹਨਤ ਇਮਾਨਦਾਰੀ ਨਾਲ ਕਰ ਰਹੇ ਨੇ ਔਰ ਕਿਸੇ ਵੀ ਛੋਟੀ ਮੋਟੀ ਗੱਲ ਤੋਂ ਇਲਾਵਾ ਕੋਈ ਇਹੋ ਜਿਹੀ ਸਾਡੀ ਕਦੇ ਸ਼ਿਕਾਇਤ ਨਹੀਂ ਆ ਰਹੀ ਕਿ ਸਾਨੂੰ ਇਸ ਦੀ ਸ਼ਿਕਾਇਤ ਹੈ। ਲੇਕਿਨ ਸੁਭਾਵਿਕ ਹੈ ਜਦੋਂ ਇੰਨੀ ਵੱਡੀ ਇਲੈਕਸ਼ਨ ਹੈ, ਕੁਝ ਸਵਾਰਥੀ ਤੱਤ ਉੱਚ ਜ਼ਰੂਰ ਆਪਣਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਨੇ ਗਲਤ ਤਰੀਕੇ ਦੇ ਨਾਲ, ਲੇਕਿਨ ਲੋਕ ਉਹਦੇ ਪੇਸ਼ ਨਹੀਂ ਜਾਣ ਦਿੰਦੇ ਔਰ ਬੜੇ ਅੱਛੇ ਤਰੀਕੇ ਦੇ ਨਾਲ ਇਲੈਕਸ਼ਨ ਹੋ ਰਹੀ ਹੈ। ਔਰ ਦਾਸ ਨੂੰ ਖੁਸ਼ੀ ਹੈ ਕਿ ਜਿਹੜੀ ਮੇਰੇ ਸਾਥੀਆਂ ਨੇ ਜਾਂ ਦਾਸ ਨੇ ਇੱਕ ਰਲ ਕੇ ਮਿਹਨਤ ਕੀਤੀ ਸੀ ਕਮੇਟੀ ਨੂੰ ਹੋਂਦ 'ਚ ਲਿਆਉਣ ਵਾਸਤੇ, ਉਹ ਸਾਡੀ ਸਫਲੀ ਹੋ ਰਹੀ ਹੈ। ਇੱਕ ਚੀਜ਼ ਹੋਰ ਜਾਂਦੇ ਸਵਾਲ, ਜਿਨ੍ਹਾਂ ਨੂੰ ਤਨਖਾਹ ਲਗਾਈ ਗਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ, ਕਿ ਉਹਨਾਂ ਨੂੰ ਦੁਬਾਰਾ ਹੱਕ ਹੈ ਚੋਣਾਂ ਲੜਨ ਦਾ? ਕਿਉਂਕਿ ਕੋਈ ਜੋ ਸਾਨੂੰ ਮੈਸੇਜ ਹਨ ਕਿ ਕੋਈ ਆਪੱਤੀ ਵੀ ਦਰਜ ਕਰ ਸਕਦੇ ਨੇ ਕਿ ਜਿਨ੍ਹਾਂ ਨੂੰ ਤਨਖਾਹ ਲੱਗ ਸਕਦੀ ਹੈ ਉਹ ਦੁਬਾਰਾ ਨਹੀਂ ਆ ਸਕਦੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਜਿਹੜੀ ਤਨਖਾਹ ਲੱਗੀ ਉੱਥੋਂ ਜਿਨ੍ਹਾਂ ਨੂੰ, ਉਹਦੇ ਵਿੱਚ ਇੱਕ ਤੇ ਉਹਨਾਂ ਨੇ ਤਨਖਾਹ ਲਈ ਹੈ ਜਿਨ੍ਹਾਂ ਨੇ ਕਹਿਣਾ ਨਹੀਂ ਮੰਨਿਆ, ਜਿਨ੍ਹਾਂ ਨੇ ਕਹਿਣਾ ਮੰਨ ਲਿਆ, ਆਦੇਸ਼ ਮੰਨ ਲਿਆ, ਉਹਨੇ ਉਹਨਾਂ ਨੂੰ ਸੇਵਾ ਲਾ ਦਿੱਤੀ, ਉਹਨਾਂ ਆਪਣੀ ਸੇਵਾ ਪੂਰੀ ਕਰ ਲਈ। ਔਰ ਜਿਨ੍ਹਾਂ ਨੇ ਤਨਖਾਹ, ਤੁਹਾਡੇ ਹਿਸਾਬ ਨਾਲ ਜਿਨ੍ਹਾਂ ਨੇ ਉਹਨਾਂ ਦੀ ਤਨਖਾਹ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਿਆ, ਉਹ ਨਹੀਂ ਲੜ ਸਕਦੇ। ਤੇ ਜਿਵੇਂ ਤੁਸੀਂ ਆਦੇਸ਼ ਉਹਨਾਂ ਦਾ ਮੰਨ ਲਿਆ, ਸਜ਼ਾ ਭੁਗਤੀ, ਤੁਸੀਂ ਹੱਕਦਾਰ ਹੈਗੇ। ਅਸੀਂ ਹੱਕਦਾਰ ਹਾਂ, ਅਸੀਂ ਹੱਕਦਾਰ ਕਿਉਂਕਿ ਉਹਨਾਂ ਨੇ ਸਾਨੂੰ ਸੇਵਾ ਲਈ ਸੇਵਾ ਮੰਨ ਲਈ। ਸੇਵਾ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਸਿੱਖੀ ਵਿੱਚ ਫਿਰ ਉਹਦੇ ਕਾਰਨ ਸਾਨੂੰ ਲੈਟਰ ਜਾਰੀ ਕੀਤੀ ਕਿ ਬਾਕੀ ਦਾ ਸਮਾਂ ਤੁਸੀਂ ਪ੍ਰਧਾਨ ਹੋ, ਤੁਸੀਂ ਆਪਣੀ ਪ੍ਰਧਾਨਗੀ ਚਲਾਓ। ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਸਰਦਾਰ ਸੇਵਾ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਇਸੇ ਟੌਪਿਕ ਦੇ ਨਾਲ ਰੂਬਰੂ ਕਰਾਵਾਂਗੇ। ਫਤਿਹ ਦੀ ਅਰਜ਼ ਕਰਕੇ ਇੱਥੇ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਸੰਗਤ ਦੀ